ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਸਰਦਾਰ ਇੰਦਰਪ੍ਰੀਤ ਸਿੰਘ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਟ੍ਰੇਨਿੰਗ ਵਿਧਾਇਕਾਂ ਦੀ 14-15 ਦੀ ਵਿਧਾਇਕਾਂ ਨੂੰ ਟ੍ਰੇਨਿੰਗ, ਤੁਸੀਂ ਪੜ੍ਹਿਆ ਨੂੰ ਪੜ੍ਹਾਓਗੇ, ਸਿੱਖਿਆ ਨੂੰ ਸਿਖਾਓਗੇ, ਜਾਓ ਅਸੀਂ ਨਹੀਂ ਸਿੱਖਦੇ ਪਰ ਲਾਵਾਂਗੇ, ਆਇਓ ਚਾਹ ਪਾਣੀ ਪੀ ਕੇ ਚੱਲ ਜਿਓ, ਪਤਾ ਨਹੀਂ ਸਮੋਸੇ ਮਿਲਦੇ ਕਿ ਵੇਸਣ ਮਿਲਦਾ। ਇੰਦਰਪ੍ਰੀਤ ਜੀ ਭਾਸਕਰ ਸਾਹਿਬ ਦੱਸਣਗੇ ਇਹਨਾਂ ਗੱਲਾਂ ਤੇ। ਇਹਦੇ ਨਾਲ ਹੀ ਆਪਾਂ ਕੁੰਵਰ ਵਿਜੇ ਪ੍ਰਤਾਪ ਇੱਕ ਵਾਰੀ ਫਿਰ ਚਰਚਾ 'ਚ ਨੇ। ਉਹ ਬੇਅਦਬੀ ਮਾਮਲਿਆਂ ਦੇ ਵਿੱਚ ਉਹਨਾਂ ਧਿਰਾਂ ਨਾਲ ਨੇ ਜਿਹੜੇ ਇਨਸਾਫ ਲਈ ਲੜ ਰਹੀਆਂ, ਇਹ ਵੀ ਗੱਲ ਕਰਾਂਗੇ। ਇੱਕ ਤੋਂ ਵੱਧ ਸੀਟ ਤੇ ਲੜਨ ਵਾਲੇ ਸਾਡੇ ਚੰਨੀ ਸਾਹਿਬ 2 ਤੋਂ ਲੜੇ ਤੇ ਮਜੀਠੀਆ ਸਾਹਿਬ ਵੀ ਸੀ, ਹੋਰ ਵੀ ਕਈ ਲੜਦੇ ਲੁੜਦੇ ਰਹਿੰਦੇ ਆ। ਸੁਪਰੀਮ ਕੋਰਟ 'ਚ ਜਦੋਂ ਇਹ ਕੇਸ ਗਿਆ ਵੀ ਜਿੱਥੋਂ ਮਰਜ਼ੀ ਕੋਈ ਲੜਨ ਲੱਗ ਪੈਂਦਾ, ਇੱਕ ਸੀਟ ਤੇ ਇੱਕੋ ਵੇਲੇ ਇੱਕ ਬੰਦਾ ਇੱਕੋ ਥਾਂ ਹੀ ਲੜੇ, ਉਹ ਕਹਿੰਦੇ ਨਹੀਂ ਪਾਰਲੀਮੈਂਟ ਚਲੇ ਜਾਓ। ਸੁਪਰੀਮ ਕੋਰਟ ਬੇਵਸੀ ਵੀ ਇੱਕ ਜਗ੍ਹਾ ਜ਼ਾਹਰ ਕਰਦੀ ਦਿਸਦੀ ਹੈ। ਹੇਟ ਸਪੀਚ ਇੱਥੇ ਕੋਈ ਸਾਡੀ ਸੁਣਦਾ ਹੀ ਨਹੀਂ, ਕਹਿ ਕੇ ਥੱਕ ਗਏ ਆ, ਕੋਈ ਕੰਨ ਧਰੋ ਇੱਧਰ ਨਹੀਂ ਤੇ ਸਖਤ ਹੋਵਾਂਗੇ। ਪਰ ਮੰਤਰੀਆਂ ਦੀ ਤਨਖਾਹ ਘਟਾਉਣ ਦਾ ਜੇ ਮਾਮਲਾ, ਇਹ ਇੰਦਰਪ੍ਰੀਤ ਹੋਣਾ ਦੀ ਅਖਬਾਰ ਤੋਂ ਹੀ ਆਉਂਦਾ ਹੈ। ਇਹ ਉਹਨਾਂ ਦੀ ਪ੍ਰਾਈਮ ਸਟੋਰੀ ਹੈ ਕਿ ਮੰਤਰੀਆਂ ਦੀ ਤਨਖਾਹ ਘਟਾਉਣ ਦਾ ਇੱਕ ਸਿਧਾਂਤਕ ਫੈਸਲਾ ਕੀਤਾ ਹੋਇਆ, 10% ਘਟਾਉਣ ਦਾ। ਆਖੇ ਬਹੁਤ ਸੰਕਟ 'ਚ ਹੈ ਸਟੇਟ, ਥੋੜੀ ਜਿਹੀ ਕੰਜੂਸੀ ਕਰਨ ਲੱਗੇ ਆ, ਕੋਠੀਆਂ ਕਾਠੀਆਂ ਤੇ ਘਟਾ ਲੈਣੇ ਸੀ ਖਰਚੇ, ਉੱਥੇ ਬੜੇ ਹੁੰਦੇ, ਕਿਤੇ ਝਾਤੀ ਮਾਰਿਓ। ਟੋਲ ਕਲੈਕਸ਼ਨ ਬਹੁਤ ਅਹਿਮ ਮਾਮਲਾ ਪੰਜਾਬ 'ਚ। ਕਿੰਨੀ ਵਾਰੀ ਕਿਸਾਨਾਂ ਟੋਲ ਰੋਕ ਲਏ ਪਲਾਜ਼ਿਆਂ ਤੇ, ਕਿੰਨੀ ਵਾਰੀ, ਸਾਲ ਭਰ ਤੇ ਉਦੋਂ ਜਦੋਂ ਕਿਸਾਨ ਅੰਦੋਲਨ ਸੀ, ਫਿਰ ਵੀ ਇਹਨਾਂ ਦੀ ਕਮਾਈ ਇੰਨੀ ਵੱਧ ਗਈ ਹੈ ਨਾ। ਹਨੇਰ ਸਾਈਂ ਦਾ ਕਿ ਤੁਹਾਡੇ ਪਲਾਜ਼ੇ ਤਾਂ ਬੰਦ, ਕਮਾਈ ਕਿੰਨੀ ਵੱਧ ਗਈ। ਇਹਦਾ ਮਤਲਬ ਹੈ ਕਿ ਤੁਸੀਂ ਜਮਾ ਘਟਾਓ ਜਰਬਾਂ ਦੇ ਕੇ ਉਨੇ ਤੋਂ ਵੱਧ ਰੇਟ ਵਧਾ ਲਏ। ਇਹਦਾ ਮਤਲਬ ਜੇਬ ਸਾਡੀ ਢਿੱਲੀ ਹੁੰਦੀ, ਕਿਸਾਨਾਂ ਨੂੰ ਸੋਚਣਾ ਬਣਦਾ ਹੈ ਕਿ ਪਹਿਲਾਂ ਨਾਲੋਂ ਵੀ ਅਗਲੇ ਜ਼ਿਆਦਾ ਕਮਾਈ ਕਰ ਗਏ। ਸੁਖਬੀਰ ਹਰਸਿਮਰਤ ਮਾਇਆਵਤੀ ਨੂੰ ਮਿਲਾਉਂਦੇ ਆ, ਮਿਲਣਾ ਗਿਲਣਾ ਹੋਣਾ ਚਾਹੀਦਾ ਸਿਆਸਤ ਵਿੱਚ। ਜੇ ਮਿਲਿਆ ਗਿਲਿਆ ਨਾ ਫਾਇਦਾ ਕੀ, ਸਿਆਸੀ ਮੇਲ ਜੋਲ ਦੇ ਅਰਥ ਵੱਖਰੇ ਜਾਂਦੇ ਆ। ਕੀ ਮਾਇਆਵਤੀ ਆਪਣੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਤੋਂ ਜ਼ਿਮਨੀ ਚੋਣ ਤੋਂ ਆਪਣਾ ਉਮੀਦਵਾਰ ਦੇ ਦੇਣਗੇ? ਕਿਤੇ ਹੌਲੀ ਜੀ ਹਾਸੇ ਠੱਠੇ 'ਚ ਸੁਖਬੀਰ ਜੀ ਨੇ ਕਿਹਾ ਤਾਂ ਹੋਣਾ ਕਿ ਭੈਣ ਜੀ ਤੁਸੀਂ ਲੜੋ, ਮੇਰਾ ਨਹੀਂ ਖਿਆਲ ਕਿ ਉਹ ਜੇਤਲੀ ਦੇ ਹਾਲ ਤੋਂ ਬਾਅਦ ਹਾਂ ਕਰਨਗੇ। ਸਭ ਤੋਂ ਪਹਿਲਾਂ ਮੈਂ ਜਾਊਂਗਾ ਸਿੱਧਾ ਐਮਐਲਏ ਦੀ ਟ੍ਰੇਨਿੰਗ ਵਾਲੇ ਮਾਮਲੇ 'ਚ। ਐਮਐਲਏ ਨੂੰ ਸਿਖਾਉਣਾ ਸੌਖਾ ਨਹੀਂ ਹੁੰਦਾ, ਆਮ ਬੰਦੇ ਨੂੰ ਪੜ੍ਹਨੇ ਪਾ ਲਓ, ਜਿੰਨੀ ਵਾਰੀ ਮਰਜ਼ੀ ਪਾ ਲਓ। ਕੁਲਤਾਰ ਸਿੰਘ ਸੰਧਵਾ 14-15 ਫਰਵਰੀ ਲਈ ਇੱਕ ਮੰਚ ਸਜਾ ਕੇ ਬੈਠੇ ਨੇ। ਪੰਜਾਬ ਦੇ ਐਮਐਲਏਜ਼ ਨੂੰ ਵਿਧਾਨ ਸਭਾ ਦੇ ਵਿੱਚ ਵਰਕ ਕਿਵੇਂ ਕਰਨਾ, ਕਿਸ ਤਰੀਕੇ ਨਾਲ ਪੇਸ਼ ਹੋਣਾ, ਪਬਲਿਕ 'ਚ ਕਿਵੇਂ ਵਿਚਰਨਾ, ਪਹਿਲੀ ਵਾਰੀ ਬਣੇ ਐਮਐਲਏਜ਼ ਲਈ ਇਹ ਕਿਉਰਿਓਸਿਟੀ ਤਾਂ ਹੋ ਸਕਦੀ। ਪਰ ਹੁਣ ਉਹਨਾਂ ਨੂੰ ਬਣਿਆ ਨੂੰ ਸਾਲ ਹੋ ਚੱਲਿਆ, ਅਗਲੇ ਕਹਿਣਗੇ ਸਾਨੂੰ ਸਿਖਾਉਂਦੇ ਹੋ। ਮੈਨੂੰ ਇੰਦਰਪ੍ਰੀਤ ਜੀ ਇਹ ਤੇ ਪਹਿਲਾਂ ਇੱਕ ਛੋਟੀ ਜਿਹੀ ਜਾਣਕਾਰੀ ਦਿਓ, ਫਿਰ ਅੱਗੇ ਵਧਦੇ ਹਾਂ। ਵੈਸੇ ਭਾਸ਼ਾ ਦੇ ਮਾਮਲੇ 'ਚ ਵੀ 7 ਫਰਵਰੀ ਨੂੰ ਸੰਧਵਾ ਸਾਹਿਬ ਮੰਚ ਸਜਾ ਕੇ ਬੈਠੇ ਆ, ਗੱਲ ਚੰਗੀ ਆ। ਸਪੀਕਰ ਸਾਹਿਬ ਮੁੱਖ ਮੰਤਰੀ ਵਾਂਗ ਕੰਮ ਕਰਨ ਤੇ ਵਧੀਆ ਹੀ ਲੱਗਦਾ। ਇੱਕ ਦੀ ਜਗ੍ਹਾ 2-3 ਥਾਈਂ ਕੰਮ ਹੋ ਰਿਹਾ ਹੋਵੇ। ਲੋਕ ਪਾਵਰ ਸੈਂਟਰ ਵੀ ਕਹਿੰਦੇ ਨੇ, ਲੋਕ ਇਸ਼ਾਵਾਂ ਖਾਹਿਸ਼ਾਂ ਦੀ ਪੂਰਤੀ ਵੀ ਕਹਿੰਦੇ ਇਹਨੂੰ, ਪਰ ਚਲੋ ਇਹਨੂੰ ਜ਼ੁਬਾਨ ਦਿਓ ਜ਼ਰਾ। ਇੱਕ ਪਾਸੇ ਗਵਰਨਰ ਸਾਹਿਬ ਸਾਰੀ ਲੈਣ ਦਿੰਦੇ, ਦੂਜੇ ਬੰਨੇ ਸੰਧਵਾ ਸਾਹਿਬ ਲੋਕ ਮਸਲੇ ਲੈ ਕੇ ਅੱਗੇ ਵੱਧ ਜਾਂਦੇ, ਮੁੱਖ ਮੰਤਰੀ ਸਾਹਿਬ ਲਈ ਕੰਮ ਹੀ ਨਹੀਂ ਛੱਡਦੇ। ਕੋਈ ਗੱਲ ਆ ਕੋਈ? ਬਿਲਕੁਲ ਠੀਕ ਗੱਲ ਹੈ ਤੁਹਾਡੀ। ਤੇ ਇਸ ਇਸ਼ੂ ਦੇ ਉੱਤੇ ਤਾਂ ਮੈਂ ਇੱਕ ਵਾਰੀ ਪਹਿਲਾਂ ਵੀ ਇਸ ਡਿਬੇਟ 'ਚ ਬੋਲਤਾ ਸੀ, ਤਾਂ ਉਹਨਾਂ ਨੇ ਬੁਰਾ ਮੰਨ ਲਿਆ ਇਸ ਗੱਲ ਦਾ ਕਿ ਤੂੰ ਮੇਰੇ ਬਾਰੇ ਇਹ ਕਹਿ ਰਿਹਾ, ਮੇਰੀ ਮੈਂ ਪਾਵਰਾਂ ਤੂੰ ਹੀ ਦੱਸ ਦੇ ਕਿ ਕੀ ਹੈਗੀਆਂ ਨੇ। ਤੇ ਮੈਨੂੰ ਲੱਗਦਾ ਕਿ ਠੀਕ ਹੈ, ਇਸ਼ੂਜ਼ ਉਹਨਾਂ ਦੇ ਬੜੇ ਅੱਛੇ ਹੁੰਦੇ ਆ ਸੰਧਵਾ ਸਾਹਿਬ ਦੇ, ਇਹ 'ਚ ਕੋਈ ਸ਼ੱਕ ਨਹੀਂ। ਜਿਵੇਂ ਉਹਨਾਂ ਨੇ ਪਿਛਲੀ ਵਾਰੀ ਜੀਐਮ ਸਰਸੋਂ ਤੇ ਕਰਵਾਇਆ ਸੀਗਾ ਪੂਰਾ, ਕਾਫੀ ਵਰਲਡ ਨੋਨ ਉਹਨਾਂ ਨੇ ਬੰਦੇ ਬੁਲਾ ਕੇ ਆਪਣੇ ਐਮਐਲਏਜ਼ ਨੂੰ ਕਿਹਾ ਕਿ ਤੁਸੀਂ ਸਿੱਖੋ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਹੁਣ ਜਿਹੜਾ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਉਹ ਕਰ ਰਹੇ। ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਕੁਲਤਾਰ ਸਿੰਘ ਸੰਧਵਾ ਦਾ ਅਸਰ ਤਾਂ ਨਹੀਂ ਲੈ ਕੇ ਗੱਲ ਕਰ ਰਹੇ ਵੀ ਪਿਛਲੀ ਵਾਰੀ ਉਹਨਾਂ ਨੇ? ਨਹੀਂ, ਮੈਂ ਕੋਈ ਅਸਰ ਨਹੀਂ ਲੈ ਰਿਹਾ, ਮੈਂ ਤਾਂ ਉਹੀ ਗੱਲ ਕਰ ਰਿਹਾ ਜਿਹੜੀ ਐਕਚੁਅਲੀ ਮੈਂ ਉਹਨਾਂ ਨੂੰ ਵੀ ਕਹੀ ਸੀਗੀ। ਤੇ ਦੂਸਰੀ ਗੱਲ ਇਹ ਸੀਗੀ ਕਿ ਠੀਕ ਹੈ, ਇਸ਼ੂਜ਼ ਉਹਨਾਂ ਦੇ ਨੋ ਡਾਊਟ ਅੱਛੇ ਹੁੰਦੇ ਆ। ਪੰਜਾਬੀ ਭਾਸ਼ਾ ਦਾ ਵੀ ਦੇਖੋ, ਅਸੀਂ ਸਿਰਫ ਉਹਨਾਂ ਗੱਲਾਂ ਬਾਤੀ ਤਾਂ ਅਸੀਂ ਬਹੁਤ ਐਕਟ ਵੀ ਪਾਸ ਕਰ ਰੱਖੇ ਆ, ਸਭ ਕੁਝ ਕਰ ਰੱਖਿਆ, ਲੇਕਿਨ ਵਿਵਹਾਰ ਦੇ ਵਿੱਚ ਮਤਲਬ ਇਹ ਨਹੀਂ ਆ ਰਿਹਾ। ਅਜੇ ਵੀ ਇੰਗਲਿਸ਼ 'ਚ ਜ਼ਿਆਦਾ ਲੈਟਰਸ ਜਾ ਰਹੀਆਂ ਨੇ, ਸਾਰਾ ਕੁਝ ਉਹੀ ਹੋ ਰਿਹਾ। ਦੂਜਾ ਜਿਹੜਾ ਇਸ਼ੂ ਹੈ ਉਹ ਹੈ ਐਮਐਲਏਜ਼ ਦੀ ਟ੍ਰੇਨਿੰਗ ਦਾ। ਐਮਐਲਏ ਦੀ ਟ੍ਰੇਨਿੰਗ ਹਰ ਵਾਰੀ ਹੁੰਦੀ ਹੀ ਹੈ, ਜਿਹੜੇ ਖਾਸ ਤੌਰ ਤੇ ਨਵੇਂ ਹੁੰਦੇ ਆ। ਹਰ ਸਰਕਾਰ ਵੇਲੇ ਇਹ ਹੁੰਦਾ ਰਿਹਾ। ਨਿਰਮਲ ਸਿੰਘ ਕਾਹਲੋਂ ਹੋਰਾਂ ਨੇ ਵੀ ਕਰਵਾਈ ਸੀ, ਔਰ ਚਰਨਜੀਤ ਅਟਵਾਲ ਹੋਰਾਂ ਨੇ ਵੀ ਕਰਵਾਇਆ, ਰਾਣਾ KP ਸਿੰਘ ਹੋਰਾਂ ਨੇ ਵੀ ਕਰਵਾਈ। ਹੁਣ ਇਹ ਸੰਧਵਾ ਸਾਹਿਬ ਵੀ ਇਹ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਆ।
ਪਰ ਮੇਰਾ ਜਿਹੜਾ ਇੱਕ ਅਸਲ 'ਚ ਜਿਹੜਾ ਇੱਕ ਰਿਜ਼ਰਵੇਸ਼ਨ ਜੀ ਹੈਗੀ ਆ, ਉਹ ਇਹ ਹੈਗੀ ਆ ਕਿ ਐਮਐਲਏ ਇਹਦੇ ਪ੍ਰਤੀ ਸੰਜੀਦਾ ਨਹੀਂ ਹੈਗੇ। ਮੈਨੂੰ ਯਾਦ ਹੈ ਜਦੋਂ ਨਿਰਮਲ ਸਿੰਘ ਕਾਲੋ ਹੋਰਾਂ ਨੇ ਕਰਵਾਈ ਸੀ, ਸਿਰਫ 8 ਐਮਐਲਏ ਆਈ ਸੀ, ਸਿਰਫ 8 ਐਮਐਲਏ, ਜਦਕਿ ਉਦੋਂ ਵੀ 3 ਦਰਜਨ ਤੋਂ ਜ਼ਿਆਦਾ ਐਮਐਲਏ ਨਵੇਂ ਸੀ, ਫਿਰ ਵੀ ਸਿਰਫ 8 ਐਮਐਲਏ ਉੱਥੇ ਮਤਲਬ ਟ੍ਰੇਨਿੰਗ ਲਈ ਆਏ ਸੀ। ਬਹੁਤ ਜਦੋਂ ਕਿ ਲੋਕ ਸਭਾ ਦਾ ਸੈਕਟਰੀ ਜਨਰਲ, ਸਾਬਕਾ ਸੈਕਟਰੀ ਜਨਰਲ ਉੱਥੇ ਆਇਆ ਸੀ ਉਹਨਾਂ ਨੂੰ ਜਿਹੜੀ ਕਾਰਜ ਪ੍ਰਣਾਲੀ ਹੈਗੀ ਹੈ ਉਹਦੇ ਬਾਰੇ ਦੱਸਣ ਵਾਸਤੇ। ਈਵਨ ਬੀਰ ਦਵਿੰਦਰ ਸਿੰਘ ਹੋਣਾ ਨੂੰ ਵੀ ਉਹਨਾਂ ਨੇ ਸੱਦਿਆ ਸੀਗਾ, ਕਿਉਂਕਿ ਉਹ ਵੀ ਜਿਹੜੇ ਸੰਵਿਧਾਨਿਕ ਉਹਨਾਂ ਦੇ ਬਹੁਤ ਮਾਹਿਰ ਆਦਮੀ ਨੇ, ਤੇ ਉਹਨਾਂ ਨੇ ਬਹੁਤ ਅੱਛੀਆਂ ਚੀਜ਼ਾਂ ਦੱਸੀਆਂ ਸੀ ਉਹਨਾਂ ਨੂੰ। ਮੈਨੂੰ ਲੱਗਦਾ ਕਿ ਐਮਐਲਏਜ਼ ਨੂੰ, ਮੈਂ ਤਾਂ ਕਈ ਵਾਰੀ ਐਮਐਲਏਜ਼ ਨੂੰ ਕਹਿੰਦਾ ਜਿਹੜੇ ਨਵੇਂ ਆਉਂਦੇ ਆ ਉਹ ਖੁਦ ਸਾਡੇ ਤੋਂ ਪੁੱਛਦੇ ਆ ਵੀ ਯਾਰ ਕਿਵੇਂ ਕੁਐਸਚਨ ਲਾਈਏ, ਕੀ ਕਰੀਏ, ਤਾਂ ਮੈਂ ਉਹਨਾਂ ਨੂੰ ਕਹਿੰਦਾ ਯਾਰ ਤੁਸੀਂ ਮੇਰੇ ਤੋਂ ਪੁੱਛਣ ਦੀ ਬਜਾਏ ਤਾਂ ਬੀਰ ਦਵਿੰਦਰ ਹੋਰਾਂ ਨੂੰ ਪੁੱਛਿਆ ਕਰੋ, ਉਹਨਾਂ ਨੂੰ ਬਹੁਤ ਨੌਲੇਜ ਹੈ ਇਸ ਬਾਰੇ, ਔਰ ਖੁਦ ਟ੍ਰੇਨਿੰਗ ਦਿੰਦੇ ਵੀ ਹੈਗੇ, ਔਰ ਬੜਾ ਅੱਛਾ ਲੱਗਦਾ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਵੀ। ਸੋ ਸਵਾਲ ਇਹ ਹੈ ਕਿ ਜਿਵੇਂ ਹੁਣ ਇਹ ਵਾਲੀ ਸਰਕਾਰ ਹੈ, ਇਹਦੇ ਵਿੱਚ ਤਾਂ ਮੇਰੇ ਖਿਆਲ ਸਿਰਫ 8-9 ਐਮਐਲਏ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਪੁਰਾਣੇ ਨੇ, ਬਾਕੀ ਤਾਂ ਸਾਰੇ ਫਸਟ ਟਾਈਮਰ ਨੇ। ਹੁਣ ਜੇ ਉਹਨਾਂ ਨੂੰ ਇਹ ਇੱਕ ਸੁਵਿਧਾ ਮਿਲਦੀ ਹੈ ਤਾਂ ਦੇਖਣਾ ਹੋਊਗਾ ਕਿ ਉਹ ਕਿੰਨੇ ਕੁ ਜਾਂਦੇ ਆ। ਜਿਵੇਂ ਜੀਐਮ ਸਰੋਂ ਵਾਲੇ ਮਾਮਲੇ ਤੇ ਮੈਂ ਦੇਖਿਆ ਸੀ, ਸਿਰਫ ਦਰਜਨ ਕ ਐਮਐਲਏ ਆਏ। ਹੁਣ ਜਦੋਂ ਵਿਧਾਨ ਸਭਾ ਦੇ ਵਿੱਚ ਇਸ ਚੀਜ਼ ਤੇ ਬੋਲਣਾ ਹੋਊਗਾ ਤਾਂ ਕੋਈ, ਮੈਨੂੰ ਪੂਰਾ ਯਕੀਨ ਹੈ ਕਿ ਕੋਈ ਬੰਦਾ ਉਸ ਗੰਭੀਰ ਇਸ਼ੂ ਤੇ 2 ਮਿੰਟ ਵੀ ਨਹੀਂ ਬੋਲ ਸਕੂਗਾ, 2 ਮਿੰਟ ਵੀ। ਤਾਂ ਕਿਉਂ ਨਹੀਂ ਅਸੀਂ ਫਿਰ ਇਹ ਜਿਹੇ ਕੰਮ ਕਰਦੇ ਕਿ ਜਦੋਂ ਸਾਨੂੰ ਮੌਕਾ ਮਿਲਦਾ ਉਦੋਂ ਤਾਂ ਘੱਟੋ ਘੱਟ ਅਸੀਂ ਜਾਣ ਲਈਏ ਕਿ ਕੁਐਸਚਨ ਆਵਰ 'ਚ ਕੁਐਸਚਨ ਲਗਾਉਣਾ ਕਿਸ ਤਰ੍ਹਾਂ ਦਾ ਹੈ, ਧਿਆਨ ਆਕਰਸ਼ਣ ਪ੍ਰਸਤਾਵ ਦੇਣਾ ਕਿਸ ਤਰ੍ਹਾਂ ਦਾ ਹੈ, ਬਹਿਸ 'ਚ ਕਿਵੇਂ ਹਿੱਸਾ ਲੈਣਾ। ਕਈ ਵਾਰ ਮੈਂ ਤਾਂ ਬਹੁਤ ਵਾਰੀ ਦੇਖਦਾ ਹੁੰਦਾ, ਬਜਟ ਤੇ ਬਹਿਸ ਹੋ ਰਹੀ ਹੁੰਦੀ ਹੈ ਤਾਂ ਗਵਰਨਰ ਐਡਰੈਸ ਤੇ ਚਲੇ ਜਾਂਦੇ ਆ, ਜਦੋਂ ਗਵਰਨਰ ਐਡਰੈਸ ਤੇ ਬਹਿਸ ਚੱਲ ਰਹੀ ਹੁੰਦੀ ਹੈ ਤਾਂ ਬਜਟ ਵਾਲੀਆਂ ਚੀਜ਼ਾਂ ਲੈ ਜਾਂਦੇ ਆ। ਸੋ ਪਤਾ ਹੀ ਨਹੀਂ ਚੱਲਦਾ ਕਿ ਬਹਿਸ ਕਰਨੀ ਕਿਸ ਤੇ ਹੈ। ਤਾਂ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਅੱਛਾ ਮੌਕਾ ਅਗਰ ਇਹ ਇੱਕ ਦਿੱਤਾ ਹੈ ਤਾਂ ਮੈਨੂੰ ਲੱਗਦਾ ਸਾਰੇ ਐਮਐਲਏਜ਼ ਨੂੰ ਗੰਭੀਰਤਾ ਨਾਲ ਲੈ ਕੇ ਦੋਨੋਂ ਦਿਨ ਟ੍ਰੇਨਿੰਗ ਲੈਣੀ ਹੀ ਚਾਹੀਦੀ ਹੈ ਉੱਥੇ। ਵੈਸੇ ਤਾਂ ਚੰਗੀ ਗੱਲ ਆ। ਮੈਂ ਸੰਧਵਾ ਸਾਹਿਬ ਬਾਰੇ ਅਕਸਰ ਕਹਿਣਾ ਹੁੰਦਾ ਕਿ ਇਹ ਮੁੱਖ ਮੰਤਰੀ ਮਟੀਰੀਅਲ ਨੇ। ਵੈਸੇ ਮੁੱਖ ਮੰਤਰੀ ਤੇ ਸਪੀਕਰ ਇੱਕੋ ਗਰਮਾ ਮਰਿਆਦਾ ਵਰਗੀ ਪੋਸਟ ਹੈਗੀ ਹੈ। ਵੱਖਰੀ ਗੱਲ ਆ, ਮੈਂ ਹਾਸੇ ਠੱਠੇ 'ਚ ਗੱਲ ਕਰਨਾ ਚਾਹੂੰਗਾ, ਮੈਂ ਨਾਂ ਹੀ ਲੈ ਦਿੰਦਾ। ਇੱਕ ਵਾਰੀ ਸਿੱਖਿਆ ਬੋਰਡ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਕੋਲ ਚਾਹ ਦੇ ਕੱਪ ਤੇ ਠਹਾਕਾ ਮਾਰ ਕੇ ਹੱਸਦਿਆਂ ਉਹਨਾਂ ਨੇ ਮੈਨੂੰ ਕਿਹਾ, ਜਦੋਂ ਮੈਂ ਪੁੱਛਿਆ ਤਸੱਲੀ ਆ ਚੇਅਰਮੈਨ ਵਜੋਂ, ਉਹ ਕਹਿੰਦੇ ਮੈਂ ਤਾਂ ਤੀਰ ਕਿਤੇ ਹੋਰ ਮਾਰਿਆ ਸੀ ਪੰਜਾਬੀ ਯੂਨੀਵਰਸਿਟੀ ਦਾ VC ਲੱਗਣ ਬਾਰੇ, ਤੇ ਲਾਤਾ ਮੈਨੂੰ ਇਹ। ਹੁਣ ਮੈਨੂੰ ਕਦੇ ਕਦੇ ਇੰਝ ਲੱਗਦਾ ਹੁੰਦਾ ਵੀ ਸੰਧਵਾ ਸਾਹਿਬ ਜਿਸ ਤਰੀਕੇ ਦੀ ਸਰਗਰਮੀ ਵਿਖਾਉਂਦੇ ਆ, ਪਿੱਛੇ ਜਦੋਂ ਉਹ ਖੇਤੀ ਨਾਲ ਸੰਬੰਧਿਤ ਕਰ ਰਹੇ ਸੀ, ਕਿਧਰੇ ਕਿਸੇ ਨੇ ਸ਼ੁਰਲੀ ਛੱਡਤੀ, ਕਹਿੰਦੇ ਜੀ ਸੰਧਵਾ ਸਾਹਿਬ ਤਾਂ ਖੇਤੀਬਾੜੀ ਮੰਤਰੀ ਬਣਨਾ ਚਾਹੁੰਦੇ, ਅਗਲੀ ਵਾਰੀ ਜਦੋਂ ਐਕਸਪੈਂਸ਼ਨ ਹੋਊਗੀ ਵਜ਼ਾਰਤ ਦੀ ਉਹਨਾਂ ਨੂੰ ਖੇਤੀ ਮੰਤਰੀ ਬਣਾਇਆ ਜਾ ਸਕਦਾ। ਮੈਨੂੰ ਲੱਗਿਆ ਨਹੀਂ, ਸੰਧਵਾ ਸਾਹਿਬ ਦਿਲਚਸਪੀ ਰੱਖਦੇ ਆ ਸਰਗਰਮੀ ਦੇ ਵਿੱਚ, ਵੀ ਕੁਝ ਹੁੰਦਾ ਰਹਿਣਾ ਚਾਹੀਦਾ। ਮੰਚ ਵੱਡਾ ਵਿਧਾਨ ਸਭਾ ਦਾ, ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ। ਭਾਸਕਰ ਸਾਹਿਬ, ਵੈਸੇ ਇਹ ਮੰਚ ਸੱਜਦੇ ਹੀ ਚੰਗੇ ਲੱਗਦੇ ਆ। 7 ਫਰਵਰੀ ਨੂੰ ਜਿਹੜੀ ਭਾਸ਼ਾ ਨੂੰ ਲੈ ਕੇ ਮੀਟਿੰਗ ਹੈ, 21 ਤਰੀਕ ਨਾਲ ਪੂਰੇ ਪੰਜਾਬ ਦੇ ਬੋਰਡ ਬਦਲਦੇ ਨੇ, ਦੁਕਾਨਾਂ ਦੇ, ਮਕਾਨਾਂ ਦੇ, ਜਿਹਦੇ ਹੀ ਮਰਜ਼ੀ। ਟੀਚਾ ਵੱਡਾ ਹੈ ਪਰ ਹਜੇ ਤੱਕ ਸ਼ੁਰੂਆਤ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਬਹੁਤੀ ਨਹੀਂ ਦੇਖੀ ਗਈ। ਹੁਣ 13-14 ਫਰਵਰੀ ਦੀ ਇਹ ਟ੍ਰੇਨਿੰਗ, ਤੁਹਾਨੂੰ ਯਾਦ ਹੋਏਗਾ ਜਦ ਪਟਿਆਲੇ ਦੇ ਵਿੱਚ ਕੁਝ ਕਲੈਸ਼ ਹੋਇਆ ਸੀ, ਉਹਨਾਂ ਦਿਨਾਂ ਦੇ ਵਿੱਚ ਇਹ ਟ੍ਰੇਨਿੰਗ ਹੋਣੀ ਸੀ। ਹੁਣ 3-4 ਮਹੀਨੇ ਤੋਂ ਬਾਅਦ ਇਹ ਟ੍ਰੇਨਿੰਗ ਹੋਣੀ ਹੈ। ਇਸ ਟ੍ਰੇਨਿੰਗ ਦੇ ਵਿੱਚ ਆਪਣੇ ਐਮਐਲਏਆਂ ਨੂੰ, ਜੋ ਕਈ ਵਾਰ ਪਬਲਿਕ ਦੇ ਵਿੱਚ ਵੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸਸ ਦੇ ਵਿੱਚ ਵੀ ਸਿੱਧੇ ਲੜਦੇ ਖੜਦੇ ਨਜ਼ਰ ਆਉਂਦੇ ਨੇ, ਉਹਨਾਂ ਨੂੰ ਵੀ ਇਹ ਟ੍ਰੇਨਿੰਗ ਦਿੱਤੀ ਜਾਏਗੀ। ਔਰ ਵਿਧਾਨ ਸਭਾ ਦੇ ਵਿੱਚ ਕਿੱਦਾਂ ਖੜਨਾ ਹੈ, ਕਿੱਦਾਂ ਬਹਿਣਾ ਹੈ ਤੇ ਕਿੱਦਾਂ ਕੁਝ ਪੁੱਛਣਾ ਹੈ, ਇਹਨਾਂ ਸਾਰੀ ਗੱਲਾਂ ਦੀ ਗੱਲ ਕੀਤੀ ਜਾਏਗੀ। ਗੱਲ ਅਟੈਂਡੈਂਸ ਦੀ ਗੱਲ ਕੀਤੀ ਹੈ ਇੰਦਰਪ੍ਰੀਤ ਹੋਰਾਂ ਨੇ। ਅਟੈਂਡੈਂਸ ਹੈ ਤੇ ਇਹ ਗੱਲ ਕਹਿ ਦੋ ਵੀ ਕੇਜਰੀਵਾਲ ਉਹਨਾਂ ਆਉਣਗੇ ਇਸ ਟ੍ਰੇਨਿੰਗ ਨੂੰ ਲੈ ਕੇ। ਮੈਨੂੰ ਲੱਗਦਾ ਜੀ ਕੋਈ ਵੀ ਐਮਐਲਏ ਉੱਥੇ ਮਿਸ ਨਹੀਂ ਹੋਏਗਾ, ਕਿਉਂਕਿ ਜਦ ਪਹਿਲੀ ਕਲਾਸ ਕੇਜਰੀਵਾਲ ਉਹਨਾਂ ਨੇ ਲਿੱਤੀ ਸੀਗੀ ਔਰ ਜਦ ਚੰਡੀਗੜ੍ਹ ਦੇ ਵਿੱਚ ਸਾਰੇ ਐਮਐਲਏ ਇਕੱਠੇ ਹੋਏ ਸੀ, ਉਹਦੇ ਵਿੱਚੋਂ ਇੱਕ ਬੰਦਾ ਵੀ ਮਿਸ ਨਹੀਂ ਸੀਗਾ। ਹੁਣ ਅਟੈਂਡੈਂਸ ਕਿੱਦਾਂ ਵਧਾਉਣੀ ਹੈ, ਇਹ ਤੇ ਸਕੂਲਾਂ ਦੇ ਟੀਚਰਾਂ ਨੂੰ ਵੀ ਆਉਂਦਾ ਹੁੰਦਾ ਹੈ। ਔਰ ਬਾਕੀ ਹੁਣ ਸਰਕਾਰ ਇਸ ਮੁੱਦੇ ਤੇ ਕਿੰਨੀ ਕੁ ਖੜਦੀ ਜਾਂ ਅੱਗੇ ਵੱਧਦੀ ਨਜ਼ਰ ਆਉਂਦੀ ਹੈ। ਟ੍ਰੇਨਿੰਗ ਦੀ ਲੋੜ ਹੈ, ਇਹ ਗੱਲ ਤੈਅ ਵੇ। ਉਹ ਟ੍ਰੇਨਿੰਗ ਕਿਸ ਤਰੀਕੇ ਦਿੱਤੀ ਜਾਏਗੀ, ਉਹ ਹੁਣ ਸੰਧਵਾ ਸਾਹਿਬ ਇਸ ਤਰੀਕੇ ਦੀ ਟ੍ਰੇਨਿੰਗ ਕਿਉਂਕਿ ਉਹ ਵੀ ਸਪੀਕਰ ਪਹਿਲੀ ਵਾਰ ਬਣੇ ਨੇ। ਉਹ ਸਾਡੇ ਐਮਐਲਏ ਤੇ ਰਾਘਵ ਚੱਡੇ ਦੇ ਪੀਏ ਦੇ ਵਿਆਹ ਤੇ ਸਾਰੇ ਢੁੱਕੇ ਹੋਏ ਸੀ। ਮੈਨੂੰ ਲੱਗਦਾ ਰਾਘਵ ਚੱਡਾ ਹੀ ਆਣ ਕੇ ਬਹਿ ਜਾਣ ਤੇ ਸਾਰੇ ਚਲੇ ਜਾਣੇ ਆ।
ਐਨੀਹਾਓ ਆਪਾਂ ਐਨੀਵੇ ਅੱਗੇ ਚੱਲਦੇ ਹਾਂ, ਆਪਾਂ ਨਹੀਂ ਇਹੋ ਜਿਹੀਆਂ ਗੱਲਾਂ 'ਚ ਪੈਣਾ। ਵੈਸੇ ਜਦੋਂ ਸੰਧਵਾਂ ਸਾਹਿਬ ਦਾ ਜ਼ਿਕਰ ਆਉਂਦਾ ਨਾ, ਬਾਈਬਲ ਕਲਾਂ ਦਾ ਵੀ ਆ ਜਾਂਦਾ। ਸੰਧਵਾਂ ਸਾਹਿਬ ਕਹੇ ਸੀ 1.5 ਮਹੀਨੇ ਦੇ ਵਿੱਚ ਇੱਥੇ ਆ ਕੇ ਬੈਠੋ ਨਹੀਂ। ਹੁਣ ਕੱਲ ਉੱਥੇ ਬਹਿ ਗਏ, ਸੰਧਵਾਂ ਸਾਹਿਬ ਤੇ ਗਏ ਨਹੀਂ ਤੇ ਚਲੇ ਗਏ ਕੁੰਵਰ ਵਿਜੇ ਪ੍ਰਤਾਪ। ਬੇਅਦਬੀਆਂ ਦੇ ਮਾਮਲੇ ਪਿਛਲੀਆਂ 3 ਸਰਕਾਰਾਂ ਲਈ ਸਭ ਤੋਂ ਜ਼ਿਆਦਾ ਇੱਕ ਸੰਜੀਦਾ ਤੇ ਮੁਸ਼ਕਿਲ ਘਾਟੀ ਬਣ ਗਈ ਆ। ਮੈਨੂੰ ਕੁੰਵਰ ਵਿਜੇ ਪ੍ਰਤਾਪ ਦਾ ਇਹ ਕਹਿਣਾ ਕਿ ਇੱਥੇ ਸੀ, ਇੱਥੇ ਹਾਂ, ਇੱਥੇ ਰਵਾਂਗਾ, ਇਹਨਾਂ ਨਾਲ ਸੀ, ਇਹਨਾਂ ਨਾਲ ਹਾਂ ਤੇ ਇਹਨਾਂ ਨਾਲ ਰਵਾਂਗਾ, ਸਰਕਾਰ ਲਈ ਇੱਕ ਵਾਰੀ ਫਿਰ ਬਜਟ ਸੈਸ਼ਨ ਤੋਂ ਪਹਿਲਾਂ ਸਿਰਪਿੜ ਬਣ ਜਾਣੀ ਆ ਇਹ ਸਟੇਟਮੈਂਟ। ਜਿੱਥੇ ਤੱਕ ਬਾਈਬਲ ਕਲਾਂ ਦਾ ਮਾਮਲਾ, ਗੋਲੀकांड ਦਾ ਮਾਮਲਾ, ਇਮੋਸ਼ਨਲੀ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਇਸ ਗੱਲ ਤੋਂ ਜੁੜੇ ਹੋਏ ਨੇ, ਕਿਉਂਕਿ ਪਹਿਲੇ ਉਹਨਾਂ ਨੇ ਜਿਹੜੀ SIT ਦੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕੀਤੀ ਸੀਗੀ, ਉਹ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਰਿਜੈਕਟ ਕਰਤੀ ਸੀ, ਕੁੰਵਰ ਵਿਜੇ ਪ੍ਰਤਾਪ ਉਹਨਾਂ ਇਸ ਗੱਲ ਨੂੰ ਦਿਲ ਤੇ ਲੈ ਗਏ। ਉਹ ਦਿਲ ਤੇ ਲੈਣ ਤੋਂ ਬਾਅਦ ਬਾਰ-ਬਾਰ ਉਹ ਬਾਈਬਲ ਕਲਾਂ ਦੇ ਉਸ ਮੋਰਚੇ ਦੇ ਵਿੱਚ ਬੈਠੇ ਵੀ ਨਜ਼ਰ ਆਉਂਦੇ ਨੇ ਤੇ ਖੜੇ ਵੀ ਨਜ਼ਰ ਆਉਂਦੇ ਨੇ। ਕੱਲ ਵੀ ਉਹ ਉੱਥੇ ਪਹੁੰਚੇ। ਉੱਥੇ ਪਹੁੰਚਣ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਸਟੈਂਡਿੰਗ ਕਮੇਟੀ ਤੋਂ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਸੀ, ਉਹਦਾ ਮਾੜਾ ਜਿਹਾ ਰੀਜ਼ਨ ਵੀ ਦੱਸਿਆ। ਉਹ ਕਹਿੰਦੇ ਸੀਗੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ SIT ਖਾਸ ਕਰਕੇ ਗੋਲੀकांड ਦੀ ਬਾਈਬਲ ਕਲਾਂ ਦੀ ਜਿਹੜੀ ਬਣੀ ਸੀ, ਉਹਨਾਂ ਨੇ ਉਹ ਰਿਪੋਰਟ ਜਿਹੜੀ ਆਪਣੀ ਇਨਵੈਸਟੀਗੇਸ਼ਨ ਦੀ ਰਿਪੋਰਟ ਇੱਕ ਪ੍ਰਾਈਵੇਟ ਪਰਸਨ ਨੂੰ ਥੋੜੇ ਜੁਲਾਈ 3 2022 ਨੂੰ ਦਿੱਤੀ, ਔਰ ਇਹਦੀ ਪੁੱਛਗਿੱਛ ਵਾਸਤੇ ਮੈਂ ਅਫਸਰ ਸੱਦ ਲਏ ਸੀ, ਔਰ ਉਸ ਸਟੈਂਡਿੰਗ ਕਮੇਟੀ ਦੇ ਸਾਹਮਣੇ ਉਹ ਰਿਪੋਰਟ ਪ੍ਰਾਈਵੇਟ ਪਰਸਨ ਨੂੰ ਕਿਉਂ ਦਿੱਤੀ, ਇਸ ਗੱਲ ਦੀ ਪੁੱਛਗਿੱਛ ਹੋਣੀ ਸੀ, ਪਰ ਉਹ ਮੀਟਿੰਗ ਟਾਲ ਦਿੱਤੀ ਗਈ। ਕਿਉਂ ਸੰਧਵਾ ਸਾਹਿਬ ਨੇ ਉਸ ਦਿਨ ਹੀ ਇੱਕ ਹੋਰ ਮੀਟਿੰਗ ਰੱਖ ਲਈ, ਇਸ ਗੱਲ ਦਾ ਖੁਲਾਸਾ ਤਾਂ ਨਹੀਂ ਕੀਤਾ, ਪਰ ਰਿਜ਼ਾਈਨ ਦੇਣ ਦਾ ਉਹਨਾਂ ਨੇ ਕਾਰਨ ਉੱਥੇ ਦੱਸਿਆ। ਇਹ ਵੀ ਗੱਲ ਕੀਤੀ ਕਿ ਹੁਣ ਲੱਗਦਾ ਹੈ ਕਿ ਜੇ ਇਨਸਾਫ ਚਾਹੀਦਾ ਹੈ ਤੇ ਇਨਸਾਫ ਸਾਨੂੰ ਸਰਹੰਦ ਦੀ ਦੀਵਾਰ ਤੋਂ ਮਿਲੇਗਾ। ਜਦ ਇਹ ਗੱਲ ਕਹਿੰਦੇ ਨੇ ਸਰਹੰਦ ਦੀ ਦੀਵਾਰ ਤੋਂ ਇਨਸਾਫ ਮਿਲੇਗਾ, ਉਹ ਸੈਕਰੀਫਾਈਸ ਦੀ ਤਰਫ ਇਸ਼ਾਰਾ ਕਰਦੇ ਨੇ। ਹੁਣ ਗੱਲ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਵਿਧਾਨ ਸਭਾ ਦੇ ਵਿੱਚ, ਤੇ ਇਸ ਮੁੱਦੇ ਦੇ ਉੱਤੇ ਦੁਬਾਰਾ ਕੋਈ ਨਿੱਠ ਕੇ ਬਹਿਸ ਕਰਨ ਦੀ ਮੰਗ ਕੁੰਵਰ ਵਿਜੇ ਪ੍ਰਤਾਪ ਸਿੰਘ ਕਰ ਹੀ ਸਕਦੇ ਨੇ, ਪਰ ਆਪਣੀ ਸਰਕਾਰ ਵਾਸਤੇ ਐਮਬੈਰਸਮੈਂਟ ਇਸ ਕਰਕੇ ਕਿਉਂਕਿ ਸਰਕਾਰ ਇਸ ਮੁੱਦੇ ਤੇ ਬਹੁਤੀ ਅੱਗੇ ਵੱਧਦੀ ਨਜ਼ਰ ਨਹੀਂ ਆਉਂਦੀ। ਤਰੀਕ ਪੇ ਤਰੀਕ ਟਾਈਮ ਲੈ ਕੇ ਉੱਥੋਂ ਭਾਵੇਂ ਕੁਲਤਾਰ ਸਿੰਘ ਸੰਧਵਾ ਹੋਣ ਜਾਂ ਹੋਰ ਮੰਤਰੀ ਉੱਥੇ ਤਰੀਕ ਲੈ ਕੇ ਤੇ ਆ ਜਾਂਦੇ ਨੇ, ਤੇ ਅਗਲੀ ਤਰੀਕ ਤੋਂ ਮੂੰਹ ਦਿਖਾਉਣ ਤੋਂ ਵੀ ਪਿੱਛੇ ਹਟ ਜਾਂਦੇ ਨੇ, ਕਾਰਨ ਕਿ ਵੀ ਪਿਛਲੀ ਤਰੀਕ ਦਿੱਤੀ ਨਹੀਂ, ਅਗਲੀ ਤਰੀਕ ਮੰਗਣ ਚਲੇ ਗਏ। ਚਲੋ ਇਸ ਮੁੱਦੇ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਹੋਣਾ ਇਮੋਸ਼ਨਲ ਨੇ, ਔਰ ਉਹ ਆਪਣੇ ਇਮੋਸ਼ਨ ਦੇ ਵਿੱਚ ਕਿੰਨੀ ਕੁ ਸੀਮਾ ਲਾਂਘ ਸਕਦੇ ਨੇ ਇਹਦਾ ਅੰਦਾਜ਼ਾ ਨਹੀਂ ਹੋ ਸਕਦਾ। ਸੀਮਾ ਨਹੀਂ, ਕਿਸੇ ਵੇਲੇ ਬੰਦਾ ਜਜ਼ਬਾਤੀ ਤੌਰ ਤੇ ਜੁੜਿਆ ਹੁੰਦਾ, ਕਿਉਂਕਿ ਸਾਲਾਂ ਤੱਕ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਤੱਥ ਨੂੰ ਖੰਗਾਲਿਆ, ਇੱਕ ਬੰਦੇ ਨਾਲ ਗੱਲਬਾਤ ਕੀਤੀ, ਇੱਕ ਕਨੈਕਟ ਬਣ ਜਾਂਦਾ। ਇਹਦੇ ਤੇ ਛੋਟੀ ਜਿਹੀ ਇੰਦਰਪ੍ਰੀਤ ਜੀ ਤੁਹਾਡੀ ਟਿੱਪਣੀ ਅਹਿਮ ਰਹੂਗੀ। ਬਿਲਕੁਲ, ਦੇਖੋ ਮੈਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਨਾ ਇਹ ਵੀ ਇਸ਼ੂ 84 ਵਾਂਗੋਂ ਇੱਕ ਪੋਲੀਟੀਕਲ ਇਸ਼ੂ ਜਾਂ ਬਣਦਾ ਜਾ ਰਿਹਾ ਹੈ, ਜਦਕਿ ਇਹ ਬਹੁਤ ਹੀ ਗੰਭੀਰ ਇਸ਼ੂ ਹੈਗਾ, ਕਿਉਂਕਿ ਇਹਦੇ ਤੇ ਲਾਅ ਐਂਡ ਆਰਡਰ ਵੀ ਡਿਪੈਂਡ ਕਰਦਾ ਹੈ। ਕੱਲ ਨੂੰ ਇੱਥੇ ਜੇ ਤੁਸੀਂ ਇਨਸਾਫ ਨਹੀਂ ਦੋਗੇ ਤੇ ਕੱਲ ਕਿਤੇ ਹੋਰ ਹੋ ਜਾਏਗੀ, ਤਾਂ ਫਿਰ ਤੁਸੀਂ ਲਾਅ ਐਂਡ ਆਰਡਰ ਨੂੰ ਕਿਵੇਂ ਬਚਾਓਗੇ। ਤੋ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਹੈਗੇ ਨੇ, ਭਾਸਕਰ ਸਾਹਿਬ ਨੇ ਠੀਕ ਕਿਹਾ ਕਿ ਉਹ ਬੜੇ ਇਮੋਸ਼ਨਲ ਨੇ ਇਸ ਇਸ਼ੂ ਨੂੰ ਲੈ ਕੇ, ਔਰ ਉਹ ਕਈ ਵਾਰੀ ਆਪਣੀ ਗੱਲ ਪਬਲਿਕਲੀ ਵੀ ਔਰ ਵਿਧਾਨ ਸਭਾ 'ਚ ਵੀ ਰੱਖ ਸਕੇ। ਮੈਨੂੰ ਯਾਦ ਹੈ ਕਿ ਲਾਸਟ ਜਿਹੜਾ ਸੈਸ਼ਨ ਸੀਗਾ ਉਦੋਂ ਉਹਨਾਂ ਨੇ ਇਹ ਰੱਖੀ, ਔਰ ਉਹਨਾਂ ਨੇ ਸਪੀਕਰ ਸਾਹਿਬ ਨੂੰ ਕਿਹਾ ਇਹ ਗੱਲ ਕਿ ਮੈਨੂੰ ਇਸ ਤੇ ਲੰਬੀ ਬਹਿਸ ਕਰਨ ਦੀ ਇਜਾਜ਼ਤ ਦਿਓ, ਮੈਂ ਸਾਰੇ ਤੱਥ ਇੱਥੇ ਰੱਖਣਾ ਚਾਹੁੰਦਾ, ਪਰ ਉਹਨਾਂ ਨੂੰ ਇਹ ਨਹੀਂ ਆਗਿਆ ਦਿੱਤੀ ਗਈ, ਜਿਹਦੇ ਕਰਕੇ ਉਹ ਸਰਕਾਰ ਨੇ ਜਸਟ ਉਹਨਾਂ ਤੋਂ ਆਸ਼ਵਾਸਨ ਦਿੱਤਾ ਕਿ ਬਈ ਹਾਂ ਅਸੀਂ ਇਸ ਤੇ ਕਾਰਵਾਈ ਕਰਵਾਵਾਂਗੇ, ਕਿਉਂਕਿ ਉਹ ਖੁਦ ਹੀ ਸਰਕਾਰੀ ਆਸ਼ਵਾਸਨ ਕਮੇਟੀ ਦੇ ਚੇਅਰਮੈਨ ਨੇ। ਇਸ ਕਰਕੇ ਉਸ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੇ ਇਹਦੇ ਤੇ DGP ਨੂੰ ਔਰ SIT ਚੀਫ ਨੂੰ ਬੁਲਾਇਆ ਸੀਗਾ, ਤੇ ਇਸ ਤੇ ਗੱਲ ਕਰਨ ਲਈ ਉਹਨਾਂ ਨੇ ਕਿਹਾ ਵੀ ਇਸ ਤੇ ਗੱਲ ਮੈਂ ਪ੍ਰਗਤੀ ਰਿਪੋਰਟ ਲਊਂਗਾ ਵੀ ਕੀ ਹੋਇਆ ਕੀ ਹੈ। ਪਰ ਉਸੇ ਦਿਨ ਹੀ ਜਿਹੜੇ ਆਪਣੇ ਸੰਧਵਾ ਸਾਹਿਬ ਨੇ ਉਹਨਾਂ ਨੇ ਸਾਰੀਆਂ ਹੀ ਜਿੰਨੀਆਂ ਕਮੇਟੀਆਂ ਵਿਧਾਨ ਸਭਾ ਦੀਆਂ ਹੁੰਦੀਆਂ ਨੇ ਉਹਨਾਂ ਦੇ ਚੇਅਰਮੈਨਾਂ ਦੀ ਮੀਟਿੰਗ ਰੱਖ ਲਈ, ਜਿਹਦੇ ਕਰਕੇ ਇਹ ਜਿਹੜੀ ਮੀਟਿੰਗ ਸੀਗੀ ਉਹ ਰੱਦ ਕਰਨੀ ਪਈ। ਉਹ ਫਿਰ ਇਸ ਗੱਲ ਤੇ ਵੀ ਉਹਨਾਂ ਨੂੰ ਲੱਗਿਆ ਕਿ ਜਾਣਬੁੱਝ ਕੇ ਇਦਾਂ ਦਾ ਕੀਤਾ ਜਾ ਰਿਹਾ ਹੈ, ਯਾਨੀ ਕਿ ਮੈਨੂੰ ਇਹ ਕੰਮ ਕਰਨ ਹੀ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਉਹਨਾਂ ਨੇ ਸਰਕਾਰੀ ਆਸ਼ਵਾਸਨ ਕਮੇਟੀ ਦੀ ਜਿਹੜੀ ਕਮੇਟੀ ਸੀ ਉਸ ਤੋਂ ਉਹਦੇ ਚੇਅਰਮੈਨ ਤੋਂ ਅਸਤੀਫਾ ਦਿੱਤਾ। ਅਜੇ ਤੱਕ ਬੇਸ਼ੱਕ ਉਹ ਅਸਤੀਫਾ ਮਨਜ਼ੂਰ ਨਹੀਂ ਹੋਇਆ, ਕਿਉਂਕਿ ਮਾਰਚ ਦੇ ਵਿੱਚ ਹੀ ਨਵੀਆਂ ਕਮੇਟੀਆਂ ਬਣ ਜਾਣੀਆਂ ਨੇ। ਮੇਰੇ ਖਿਆਲ ਹੈ ਕਿ ਸ਼ਾਇਦ ਇਸੇ ਕਰਕੇ ਸਪੀਕਰ ਸਾਹਿਬ ਨੇ ਮਨਜ਼ੂਰ ਨਾ ਕੀਤਾ ਹੋਵੇ ਕਿ ਮਾਰਚ ਦੇ ਵਿੱਚ ਤਾਂ ਨਵੀਆਂ ਕਮੇਟੀਆਂ ਬਣਾਉਣੀਆਂ ਨੇ ਤੇ ਸਾਰੀਆਂ ਆਪਣੇ ਆਪ ਹੀ ਡਿਸੋਲਵ ਹੋ ਜਾਣੀਆਂ ਨੇ। ਪਰ ਇਸ਼ੂ ਅਜੇ ਤੱਕ ਵੀ ਉੱਥੇ ਹੀ ਖੜਾ ਹੈ। ਗੱਲ ਇਸ਼ੂ ਦੀ ਆ, ਅਸੀਂ ਅਸਲ 'ਚ ਦੂਸਰੀਆਂ ਚੀਜ਼ਾਂ ਤੇ ਪੈ ਜਾਂਦੇ ਆ ਕਿ ਉਹਨੇ ਅਸਤੀਫਾ ਦਿੱਤਾ, ਇਹ ਜ਼ਿਆਦਾ ਇੰਪੋਰਟੈਂਟ। ਅਸਤੀਫਾ ਦੇਣਾ ਇੰਪੋਰਟੈਂਟ ਨਹੀਂ ਹੈ, ਜਿੰਨਾ ਕਿਸ ਲਈ ਅਸਤੀਫਾ ਦਿੱਤਾ ਇਹ ਜ਼ਿਆਦਾ ਇੰਪੋਰਟੈਂਟ ਹੈ। ਮੈਨੂੰ ਲੱਗਦਾ ਕਿ
ਉਸ ਤੇ ਹੀ ਜ਼ਿਆਦਾ ਖੜਨਾ ਚਾਹੀਦਾ ਸਾਨੂੰ। ਬਿਲਕੁਲ ਠੀਕ ਕਹਿ ਰਹੇ ਹੋ, ਪਰ ਮੈਂ ਨਾਲ ਦੀ ਨਾਲ ਹੀ ਅਗਲੀ ਖਬਰ ਵੱਲ ਵਧਣਾ ਚਾਹੂੰਗਾ। ਉਹ ਵੀ ਅਹਿਮ ਖਬਰ ਹੈ, ਛੱਡੀ ਨਹੀਂ ਜਾਣੀ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਮਾਇਆਵਤੀ ਨੂੰ ਮਿਲਦੇ ਆ। ਇੰਦਰਪ੍ਰੀਤ ਜੀ, ਗੱਲ ਤੁਸੀਂ ਸ਼ੁਰੂ ਕਰ ਦਿਓ, ਭਾਸਕਰ ਸਾਹਿਬ ਇਹਨੂੰ ਖਤਮ ਕਰ ਦੇਣਗੇ। ਮਾਇਆਵਤੀ ਨੂੰ ਮਿਲਣ ਦੇ ਅਰਥ ਬੜੇ ਅਹਿਮ, ਮਾਇਆਵਤੀ ਨੂੰ ਮਿਲਣ ਦੇ ਅਰਥ ਬਹੁਤ ਅਹਿਮ ਨੇ। ਇਸ ਕਰਕੇ ਵੀ ਅਹਿਮ ਨੇ ਕਿ ਬੀਜੇਪੀ ਨਾਲੋਂ ਗੱਠਜੋੜ ਟੁੱਟ ਚੁੱਕਿਆ, ਦੁਬਾਰਾ ਹੋਣ ਦੀ ਸੰਭਾਵਨਾ ਖਤਮ ਹੈ। ਜਲੰਧਰ ਦੀ ਜ਼ਿਮਨੀ ਚੋਣ ਆ ਰਹੀ ਹੈ ਔਰ ਦੁਆਬੇ ਦੇ ਵਿੱਚ ਇਸ ਵਸੋਂ ਦਾ ਬਹੁਤ ਤਾਲੁਕ ਹੈ। ਸੋ ਇਹਨੂੰ ਗੱਲ ਨੂੰ ਤੋਰੋ ਜ਼ਰਾ। ਦੇਖੋ, ਜਿਹੜੀ ਦੋਨੋਂ ਪਾਰਟੀਆਂ ਲਈ ਇਹ ਇੱਕ ਅਹਿਮ ਸਿਚੁਏਸ਼ਨ ਹੈਗੀ ਹੈ, ਖਾਸ ਤੌਰ ਤੇ ਬਸਪਾ ਲਈ ਤਾਂ ਇਸ ਕਰਕੇ ਕਿਉਂਕਿ ਉਹਨਾਂ ਦਾ ਆਧਾਰ ਹੀ ਅਗਰ ਤੁਸੀਂ ਦੇਖੋ ਤਾਂ ਇਹੀ ਜਿਹੜਾ ਇੱਕ ਦੁਆਬੇ ਵਾਲਾ ਜਿਹੜਾ ਤੁਹਾਡਾ ਰੀਜ਼ਨ ਹੈ ਇਹਦੇ ਵਿੱਚ ਹੀ ਹੈ, ਬਾਕੀ ਤਾਂ ਕਿਤੇ ਉਹਨਾਂ ਦਾ ਜ਼ਿਆਦਾ ਆਧਾਰ ਨਹੀਂ ਹੈ। ਇਸੇ ਕਰਕੇ ਜਿਹੜੀ ਪਿਛਲੇ ਹਫਤੇ ਇੱਕ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ ਸੀ, ਜਿਹਦੇ 'ਚ ਉਹਨਾਂ ਨੇ ਆਫਰ ਕੀਤਾ ਕਿ ਮਾਇਆਵਤੀ ਨੂੰ ਇੱਥੇ ਲੜਨਾ ਚਾਹੀਦਾ ਆ ਕੇ। ਤੇ ਹਾਲਾਂਕਿ ਹੁਣ ਉਸ ਤੇ ਅਜੇ ਕੋਈ ਇਹ ਗੱਲ ਬਾਹਰ ਨਿਕਲ ਕੇ ਨਹੀਂ ਆਈ ਹੈ ਕਿ ਉਹਨਾਂ ਨੇ ਇਹਦੀ ਤਿਆਰੀ ਕਰ ਲਈ ਹੈ। ਕੱਲ ਉਹਨਾਂ ਨੇ ਸੁਖਬੀਰ ਹੋਰਾਂ ਨਾਲ ਕੀ ਗੱਲ ਕੀਤੀ ਕਿ ਉਹ ਲੜਨਾ ਚਾਹੁੰਦੇ ਆ ਨਹੀਂ ਚਾਹੁੰਦੇ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਹੀ ਸ਼ੁਰੂ 'ਚ ਕਿਹਾ ਸੀਗਾ ਕਿ ਉਹਨਾਂ ਨੇ ਅਰੁਣ ਜੇਟਲੀ ਵਾਲਾ ਹਾਲ ਆਲਰੇਡੀ ਦੇਖ ਰੱਖਿਆ ਹੈ ਕਿ ਇਹ ਨਾ ਹੋਵੇ ਕਿ ਉੱਥੇ ਵੀ ਮਾਇਆਵਤੀ ਦਾ ਵੀ ਉਸ ਤਰ੍ਹਾਂ ਦਾ ਹੀ ਹਾਲ ਹੋ ਜਾਏ। ਇਸ ਕਰਕੇ ਮੈਨੂੰ ਲੱਗਦਾ ਕਿ ਲੜੇ ਸੀਟ ਤਾਂ ਸ਼ਾਇਦ ਅਕਾਲੀ ਦਲ ਹੀ ਲੜੇਗਾ। ਔਰ ਅਕਾਲੀ ਦਲ ਲਈ ਇਹ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਆਲਰੇਡੀ ਜਿਹੜੀ ਸੰਗਰੂਰ ਵਾਲੀ ਜਿਮਨੀ ਚੋਣ ਹੋਈ ਹੈ ਉਹਦੇ 'ਚ ਪਾਰਟੀ ਦਾ ਫਿਰ ਤੋਂ ਬਹੁਤ ਬੁਰਾ ਅਸਰ ਹੋਇਆ ਹੈ। ਤਾਂ ਪਾਰਟੀ ਚਾਹੇਗੀ ਇਹ ਕਿ ਇਸ ਇਲੈਕਸ਼ਨ ਨੂੰ ਜਿੱਤ ਕੇ ਜਾਂ ਇਸ ਇਲੈਕਸ਼ਨ 'ਚ ਘੱਟੋ ਘੱਟ ਇਹੋ ਜਿਹੀ ਸਥਿਤੀ ਬਣਾ ਕੇ ਕਿ ਉਹ ਹੀ ਇੱਕ ਮੇਨ ਧਿਰ ਹੈ ਲੜਾਈ ਦੀ, ਇਸ ਤਰ੍ਹਾਂ ਦਾ ਬਣਨਾ ਜ਼ਰੂਰ ਚਾਹੇਗੀ। ਇਹ ਉਹਨਾਂ ਲਈ 24 ਦਾ ਇੱਕ ਟੈਸਟ ਵੀ ਹੋਏਗਾ। ਅਗਰ ਇਹ ਨਹੀਂ ਹੋਇਆ ਤਾਂ ਮੈਨੂੰ ਲੱਗਦਾ ਕਿ ਪਾਰਟੀ ਲਈ ਫਿਰ ਜਿਹੜਾ ਸਰਵਾਈਵਲ ਵੀ ਬੜੀ ਮੁਸ਼ਕਿਲ ਹੋ ਜਾਏਗੀ, ਕਿਉਂਕਿ ਕਿਸੇ ਰੀਜਨਲ ਪਾਰਟੀ ਦਾ ਇੰਨੀ ਦੇਰ ਸੱਤਾ ਤੋਂ ਬਾਹਰ ਰਹਿਣਾ ਕੋਈ ਸੌਖਾ ਨਹੀਂ ਰਹਿੰਦਾ। ਸਰਵਾਈਵਲ ਬਹੁਤ ਔਖੀ ਹੋ ਜਾਂਦੀ। ਭਾਸਕਰ ਸਾਹਿਬ ਇੱਥੇ ਜ਼ਰੂਰ ਟਿੱਪਣੀ ਦਿਓ ਕਿ ਕਿਸੇ ਨੈਸ਼ਨਲ ਪਾਰਟੀ ਦੇ ਨਾਲ ਖੜੇ ਹੋਣਾ ਸ਼ਾਇਦ ਅਕਾਲੀ ਦਲ ਦੇ ਸੁਪਰੀਮੋ ਦੀ ਮਜਬੂਰੀ ਵੀ ਬਣ ਗਿਆ। ਉਹਨਾਂ ਨੇ ਉਹ ਕਾਫੀ ਫੋਟੋਆਂ ਨਸ਼ਰ ਕੀਤੀਆਂ ਨੇ। ਇੱਕ ਇਹ ਵੀ ਪਹਿਲੂ ਆ। ਤੇ ਜਦੋਂ ਇਸ ਇਲੈਕਸ਼ਨ ਦਾ ਜ਼ਿਕਰ ਕਰ ਰਹੇ ਆ, ਨਾਲ ਨਾਲ ਇੱਕ ਸੁਪਰੀਮ ਕੋਰਟ ਦੇ ਵਿੱਚ ਕੋਈ ਪਟੀਸ਼ਨਰ ਗਿਆ, ਕਹਿੰਦਾ ਜੀ ਐਵੇਂ ਜਿਹੜਾ ਮਰਜ਼ੀ ਮੂੰਹ ਚੁੱਕ ਕੇ 2-2 3-3 ਥਾਵਾਂ ਤੋਂ ਇਲੈਕਸ਼ਨ ਲੜੀ ਜਾਂਦਾ ਹੈ, ਇਹ ਬੰਦ ਕਰਾਓ ਸਾਰਾ। ਤੇ ਸੁਪਰੀਮ ਕੋਰਟ ਨੇ ਬੰਦ ਕਰਾਉਣ ਤੋਂ ਨਾ ਕਰਤੀ, ਕਹਿੰਦੇ ਪਾਰਲੀਮੈਂਟ 'ਚ ਜਾਓ, ਸਿਧਾਂਤਕ ਫੈਸਲੇ ਉੱਥੋਂ ਹੁੰਦੇ ਆ। ਇਹ ਦੋਨਾਂ ਗੱਲਾਂ ਨੂੰ ਜ਼ਰਾ ਜ਼ੁਬਾਨ ਦਿਓ ਤੇ ਆਖਰ ਦੇ ਵਿੱਚ ਆਪਾਂ ਜਾਵਾਂਗੇ ਟੋਲ ਕਲੈਕਸ਼ਨ ਤੇ ਇੰਦਰਪ੍ਰੀਤ ਜੀ ਕੋਲ। ਜੀ ਜਿੱਥੇ ਤੱਕ ਗੱਲ ਮਾਇਆਵਤੀ ਉਹਨਾਂ ਦੇ ਨਾਲ ਮੀਟਿੰਗ ਦੀ ਹੈਗੀ ਹੈ, ਤੁਸੀਂ ਜਾਣਦੇ ਹੋ ਗੱਠਜੋੜ ਦੀ ਰਾਜਨੀਤੀ ਦੇ ਵਿੱਚ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਪਹਿਲਾ ਪਿਆਰ ਹੈ, ਫਸਟ ਲਵ। ਉਹ ਲਵ ਤੋੜ ਕੇ ਉਹਨਾਂ ਨੇ ਬੀਜੇਪੀ ਦੇ ਨਾਲ ਅਲਾਈਅੰਸ ਕੀਤਾ ਸੀਗਾ, ਔਰ ਜਦ ਬੀਜੇਪੀ ਦੇ ਨਾਲ ਅਲਾਈਅੰਸ ਕੀਤਾ ਸੀਗਾ ਤੇ ਅਕਾਲੀ ਦਲ ਨੇ ਬੀਐਸਪੀ ਵੱਲ ਮੁੜ ਕੇ ਕਦੀ ਵੀ ਨਹੀਂ ਵੇਖਿਆ। ਹੁਣ ਚਲੋ ਬੀਜੇਪੀ ਉਹ ਸਾਥ ਛੱਡ ਗਈ ਹੈ ਤੇ ਫਸਟ ਲਵ ਕੋਲ ਵਾਪਸ ਜਾਣਾ ਇੱਕ ਮਜਬੂਰੀ ਵੀ ਸੀ। 15 ਜਨਵਰੀ ਨੂੰ ਮਾਇਆਵਤੀ ਨੂੰ ਉਹਨਾਂ ਨੇ ਆਪਣੇ ਬਰਥਡੇ ਦੇ ਭਾਸ਼ਣ ਦੇ ਵਿੱਚ ਇੱਕ ਗੱਲ ਕੀਤੀ ਸੀ ਵੀ ਬੀਐਸਪੀ ਕਿਸੇ ਦੇ ਨਾਲ ਵੀ ਕਿਸੇ ਵੀ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਆਪਾਂ ਕੋਈ ਅਲਾਈਅੰਸ ਨਹੀਂ ਕਰਨਾ। ਇੱਥੇ ਭਾਜਣਾ ਪੈ ਗਈ ਸੀ। ਇੱਥੇ ਵਾਲੇ ਇਕੱਠੇ ਕਰਕੇ ਅਕਾਲੀ ਦਲ ਨੇ ਇੱਕ ਸਟੇਟਮੈਂਟ ਦਵਾਤੀ ਸੀ ਵੀ ਨਹੀਂ, ਅਕਾਲੀ ਦਲ ਨਾਲ ਰਹੇਗੀ, ਬਾਕੀ ਕਿਸੇ ਹੋਰ ਪੋਲੀਟੀਕਲ ਪਾਰਟੀ ਨਾਲ ਕਿਸੇ ਵੀ ਸੂਬੇ ਵਿੱਚ ਬੀਐਸਪੀ ਦਾ ਅਲਾਈਅੰਸ ਨਹੀਂ ਹੋਏਗਾ। ਉਸ ਗੱਲ ਦੇ ਉੱਤੇ ਮੋਹਰ ਲਵਾਉਣ ਵਾਸਤੇ ਜਾਂ ਹੈਪੀ ਬਰਥਡੇ ਕਹਿਣ ਵਾਸਤੇ ਕੱਲ ਸੁਖਬੀਰ ਸਿੰਘ ਬਾਦਲ ਔਰ ਹਰਸਿਮਰਤ ਕੌਰ ਬਾਦਲ ਮਾਇਆਵਤੀ ਕੋਲ ਗਏ ਸੀਗੇ। ਔਰ ਇਸ ਮੀਟਿੰਗ ਦੇ ਵਿੱਚ ਸਿੱਟਾ ਨਿਕਲ ਕੇ ਆਇਆ ਕਿ ਮਾਇਆਵਤੀ ਨੇ ਆਪ ਕਿਹਾ ਕਿ ਵੀ ਤੁਸੀਂ ਇਨਸ਼ੋਰ ਕਰੋ ਤੁਹਾਡੇ ਵੋਟ ਬੀਐਸਪੀ ਨੂੰ ਵੀ ਕਨਵਰਟ ਹੋਣ, ਬੀਐਸਪੀ ਦੇ ਵੋਟ ਤੇ ਤੁਹਾਨੂੰ ਕਨਵਰਟ ਹੋ ਜਾਂਦੇ ਆ। ਫਿਰ ਇਹ ਵੀ ਇੱਕ ਸਟੇਟਮੈਂਟ ਦਿੱਤੀ ਗਈ ਕਿ ਸਾਡਾ ਅਲਾਈਅੰਸ ਪੱਕਾ ਹੈ। ਕਿੰਨੇ ਕੁ ਚਿਰ ਪੱਕਾ ਹੈਗਾ, ਅਗਲੇ ਬਰਥਡੇ ਤੱਕ ਪੱਕਾ ਹੈਗਾ, ਸਾਨੂੰ ਨਹੀਂ ਪਤਾ। ਪਰ ਹਾਂ, ਇਹ ਜਿਮਨੀ ਇਲੈਕਸ਼ਨ ਦੇ ਵਿੱਚ ਜਿਹੜੀ ਜਲੰਧਰ ਦੀ ਜਿਮਨੀ ਚੋਣ ਹੈ ਉੱਥੇ ਤੱਕ ਤੇ ਇਹ ਅਲਾਈਅੰਸ ਪੱਕਾ ਹੈ। ਹੁਣ ਇਹ ਟਿਕਟ ਬੀਐਸਪੀ ਨੂੰ ਮਿਲਦੀ ਹੈ, ਅਕਾਲੀ ਦਲ ਕੋਈ ਐਸਕੇਪ ਰੂਟ ਲੱਭਦਾ ਹੈ, ਇਹਦੇ ਉੱਤੇ ਵੀ ਨਜ਼ਰ ਰਹੇਗੀ ਆਉਣ ਵਾਲੇ ਟਾਈਮ ਵਿੱਚ ਕਿੱਦਾਂ ਦੇ ਕੀ ਖੁਲਾਸੇ ਹੁੰਦੇ ਨੇ। ਹੁਣ ਤੁਸੀਂ ਗੱਲ ਕੀਤੀ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਔਰ ਪਟੀਸ਼ਨ ਵੀ ਕਿੰਨੇ ਪਾਈ ਸੀ, ਬੀਜੇਪੀ ਦੇ ਹੀ ਇੱਕ ਆਗੂ ਨੇ, ਕਿ ਜਦ ਇੱਕ ਹੀ ਵਿਅਕਤੀ 2 ਸੀਟਾਂ ਤੋਂ ਇਲੈਕਸ਼ਨ ਲੜਦਾ ਹੈ ਤੇ ਉਸ ਤੋਂ ਬਾਅਦ ਜਦ ਦੂਜੀ ਸੀਟ ਤੋਂ ਜਿੱਤਣ ਤੋਂ ਬਾਅਦ ਇੱਕ ਸੀਟ ਤੋਂ ਉਹਨੂੰ ਰਿਜ਼ਾਈਨ ਕਰਨਾ ਪੈਂਦਾ ਹੈ। ਇਹਦੇ ਰਾਹੀਂ ਸਟੇਟ ਜਾਂ ਦੇਸ਼ ਦੇ ਉੱਤੇ ਖਰਚਾ ਵਾਧੂ ਪੈਂਦਾ ਹੈ। ਤੇ ਕਿਉਂ ਨਾ ਇੱਕ ਕੈਂਡੀਡੇਟ ਇੱਕ ਸੀਟ ਦਾ ਰੂਲ ਬਣਾਇਆ ਜਾਣਾ ਚਾਹੀਦਾ ਹੈ। ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ। ਜੇ ਤੁਸੀਂ ਵਾਕਈ ਸਮਝਦੇ ਹੋ ਕਿ ਇਹ ਗੱਲ ਖਤਮ ਹੋਣੀ ਚਾਹੀਦੀ ਹੈ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ, ਕਿਉਂਕਿ ਪੀਪਲਸ ਰਿਪਰੈਜ਼ੈਂਟੇਸ਼ਨ ਐਕਟ ਉਹ ਪਾਰਲੀਮੈਂਟ ਦਾ ਬਣਾਇਆ ਹੋਇਆ, ਔਰ ਉਹ ਐਕਟ ਹੀ ਇਸ ਚੀਜ਼ ਨੂੰ ਅਲਾਉ ਕਰਦਾ ਹੈ।
ਔਰ ਪਾਰਲੀਮੈਂਟ ਦੇ ਵਿੱਚ ਹੀ ਨਵੇਂ ਕਾਨੂੰਨ ਦੇ ਵਿੱਚ ਅਮੈਂਡਮੈਂਟ ਲਿਆ ਕੇ ਇਹਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਫਿਲਹਾਲ ਸੁਪਰੀਮ ਕੋਰਟ ਨੇ, ਔਰ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਇਹ ਗੱਲ ਕੀਤੀ ਸੀ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਇੱਕ ਕੈਂਡੀਡੇਟ 2 ਸੀਟਾਂ ਤੋਂ ਲੜਦਾ ਹੈ ਔਰ ਦੋਨੋਂ ਸੀਟਾਂ ਤੋਂ ਜਿੱਤ ਜਾਂਦਾ ਹੈ, ਤੇ ਜਦ ਇੱਕ ਸੀਟ ਤੋਂ ਰਿਜ਼ਾਈਨ ਕਰਦਾ ਤੇ ਰੀ ਇਲੈਕਸ਼ਨ ਦਾ ਸਾਰਾ ਖਰਚਾ ਉਸ ਕੈਂਡੀਡੇਟ ਤੋਂ ਲਿੱਤਾ ਜਾਏ, ਕਿਉਂਕਿ ਉਹਦੇ ਰਿਜ਼ਾਈਨ ਕਰਕੇ ਉਹ ਸੀਟ ਖਾਲੀ ਹੋਈ ਹੈ। ਇਸ ਮੁੱਦੇ ਤੇ ਸੁਪਰੀਮ ਕੋਰਟ ਨੇ ਤੇ ਨਹੀਂ ਕੁਝ ਕਿਹਾ। ਹਾਂ, ਇਲੈਕਸ਼ਨ ਕਮਿਸ਼ਨ ਆਉਣ ਵਾਲੇ ਟਾਈਮ ਵਿੱਚ ਕੁਝ ਇਸ ਮੁੱਦਿਆਂ ਦੇ ਉੱਤੇ ਵਿਚਾਰ ਕਰ ਸਕਦਾ। ਇਹਦੇ 'ਚ ਇੱਕ ਚੀਜ਼ ਸੁਪਰੀਮ ਕੋਰਟ 'ਚ ਕੱਲ ਹੋਰ ਆਈ, ਹੇਟ ਸਪੀਚ ਨੂੰ ਲੈ ਕੇ ਥੋੜਾ ਜਿਹਾ ਹਵਾਲਾ ਉਹਦਾ ਵੀ ਮੈਨੂੰ ਲੱਗਦਾ ਆਉਣਾ ਚਾਹੀਦਾ ਹੈ। ਫਰਵਰੀ ਮਾਰਚ ਨੂੰ ਮੁੰਬਈ ਦੇ ਵਿੱਚ ਇੱਕ ਹਿੰਦੂ ਜਨ ਆਕਰੋਸ਼ ਮੋਰਚਾ ਦਾ ਇੱਕ ਰੈਲੀ ਹੋਣੀ ਹੈ। ਉਸ ਰੈਲੀ ਨੂੰ ਰੋਕਣ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਸੀ, ਔਰ ਸੁਪਰੀਮ ਕੋਰਟ ਇਸ ਮੁੱਦੇ ਤੇ ਕਾਫੀ ਹਤਾਸ਼ ਨਜ਼ਰ ਆਇਆ, ਕਿਉਂਕਿ ਪਹਿਲੇ ਵੀ ਸੁਪਰੀਮ ਕੋਰਟ ਹੇਟ ਸਪੀਚ ਨੂੰ ਲੈ ਕੇ ਵੱਖ-ਵੱਖ ਟਿੱਪਣੀਆਂ ਕਰ ਚੁੱਕਿਆ ਸੀ। ਸਰਕਾਰਾਂ ਨੂੰ, ਇਲੈਕਸ਼ਨ ਕਮਿਸ਼ਨ ਨੂੰ ਨਿਰਦੇਸ਼ ਤੱਕ ਵੀ ਦੇ ਚੁੱਕਿਆ ਸੀਗਾ ਕਿ ਇਸ ਮੁੱਦੇ ਦੇ ਉੱਤੇ ਕੋਈ ਫੈਸਲਾ ਲਓ, ਕਿਉਂਕਿ ਜਦ ਤੁਸੀਂ ਨਫ਼ਰਤ ਫੈਲਾਉਂਦੇ ਹੋ ਤੇ ਉਹ ਨਫ਼ਰਤ ਸਮਾਜ ਦੇ ਵਿੱਚ ਇੱਕ ਅਨਰੈਸਟ ਪੈਦਾ ਕਰਦੀ ਹੈ। ਪਰ ਇਸ ਮੁੱਦੇ ਦੇ ਉੱਤੇ ਸਰਕਾਰਾਂ ਨੇ ਬਹੁਤਾ ਐਕਸ਼ਨ ਨਹੀਂ ਲਿੱਤਾ। ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਫਿਟ ਮੁਹੰਮਦ ਦੇ ਉੱਤੇ ਦਿੱਤੀ ਹੋਈ ਸਟੇਟਮੈਂਟ ਦੇ ਉੱਤੇ ਤੁਹਾਨੂੰ ਪਤਾ ਹੈ ਨੂਪੁਰ ਸ਼ਰਮਾ ਜਿਹੜੀ ਭਾਜਪਾ ਦੀ ਆਗੂ ਸੀ, ਕਿੰਨਾ ਵੱਡਾ ਕੌਮਾਂਤਰੀ ਪੱਧਰ ਤੇ ਰੌਲਾ ਪੈ ਗਿਆ ਸੀਗਾ, ਔਰ ਉਸ ਤੋਂ ਬਾਅਦ ਹੀ ਹੇਟ ਸਪੀਚ ਦੇ ਉੱਤੇ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਵੀ ਕੀਤੀ ਸੀ। ਪਰ ਕੱਲ ਜਦ ਇਹ ਪਟੀਸ਼ਨ ਜਦ ਉੱਥੇ ਸੁਪਰੀਮ ਕੋਰਟ ਦੇ ਵਿੱਚ ਸੁਣੀ ਗਈ, ਹਾਲਾਂਕਿ ਉਹਨਾਂ ਨੇ ਇਸ ਪਟੀਸ਼ਨ ਨੂੰ ਤੇ ਐਡਮਿਟ ਕਰ ਲਿਆ, ਪਰ ਬਾਰ-ਬਾਰ ਏਦਾਂ ਦੇ ਪ੍ਰੋਗਰਾਮ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਪਾਈ ਜਾਣਗੀਆਂ ਤੇ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਇੰਡੀਕੇਟ ਕਰ ਰਿਹਾ ਹੈ ਕਿ ਆਪਣੇ ਆਪ ਇਹਨਾਂ ਮੁੱਦਿਆਂ ਦੇ ਉੱਤੇ ਐਕਸ਼ਨ ਲਓ, ਕਿਉਂਕਿ ਇਹ ਦੇਸ਼ ਦੀ ਸ਼ਾਂਤੀ ਨੂੰ ਖਤਰਾ ਪੈਦਾ ਕਰ ਸਕਦੀ। ਇੰਦਰਪ੍ਰੀਤ ਜੀ, ਆਖਰ ਦੇ ਵਿੱਚ ਟੋਲ ਪਲਾਜ਼ਿਆਂ ਤੋਂ ਹੋਣ ਵਾਲੀ ਕਮਾਈ ਕਲੈਕਸ਼ਨ 1000 ਕਰੋੜ ਤੱਕ ਦੇ ਨੇੜੇ ਪਹੁੰਚ ਗਈ ਆ, ਤੇ ਪਹਿਲਾਂ ਰੌਲਾ ਇਹ ਸੀ ਆਖੇ ਜੀ ਉਹਦਾ ਕੋਰਟ 'ਚ ਵੀ ਚਲੇ ਗਏ ਸੀ ਵੀ ਸਾਨੂੰ ਭਰਪਾਈ ਕਰੋ, ਕਿਸਾਨਾਂ ਨੇ ਸਾਡੇ ਟੋਲ ਪਲਾਜ਼ੇ ਰੋਕ ਲਏ, ਸਰਕਾਰ ਨੂੰ ਨੋਟਿਸ ਤੱਕ ਜਾਰੀ ਕਰਤੇ। ਨੈਸ਼ਨਲ ਹਾਈਵੇ ਅਥਾਰਟੀ ਬੜੀ ਪੰਗੇ 'ਚ ਫਿਰਦੀ ਸੀ ਇਹਦੇ 'ਚ, ਇਹ ਖਲਾਓ ਜੀ ਇਹ ਕੀ ਹੋ ਰਿਹਾ। ਇੱਕ ਸੈਕਟਰੀ ਉਹਨਾਂ ਦੇ ਵਿੱਚ ਪੱਤਰ ਵੀ ਲਿਖਿਆ ਸੀ ਪੰਜਾਬ ਦੇ CS ਨੂੰ। ਸਵਾਲ ਇਸ ਗੱਲ ਦਾ ਹੈ ਕਿ ਇੱਕ ਪਾਸੇ ਤਾਂ ਪਲਾਜ਼ੇ ਬੰਦ ਰਹੇ ਟੋਲ, ਤੇ ਦੂਜੇ ਬੰਨੇ ਕਮਾਈ ਵੱਧ ਗਈ। ਇਹ ਕਿਹੜਾ ਝੋਲ ਹੈ, ਇਹ ਕਿਹੜੀ ਚੋਰ ਮੋਹਰੀ ਆ? ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਰੇਟ ਚੁੱਪ ਚਪੀਤੇ ਵੀ ਵੱਧ ਜਾਂਦੇ। ਦੇਖੋ, ਜਦੋਂ ਦੇ ਟੋਲ ਪਲਾਜ਼ਾ ਬੰਦ ਰਹੇ ਆ, ਜਿਹੜਾ ਸਾਲ ਪੂਰਾ ਕਿਸਾਨ ਅੰਦੋਲਨ ਕਰਕੇ, ਉਸ ਤੋਂ ਬਾਅਦ ਤਾਂ ਇਹਨਾਂ ਨੇ ਜਦੋਂ ਖੁੱਲੇ ਆ ਤਾਂ ਖੁੱਲਦੇ ਸਾਰੀ ਕੰਪਨੀਆਂ ਨੇ, ਸਾਰਿਆਂ ਨੇ ਮਤਲਬ ਕਿ ਆਪਣਾ 10-10 15-15 ਰੁਪਏ ਪਰ ਜਿਹੜਾ ਟ੍ਰਿਪ ਹੈ ਉਹ ਵਧਾ ਹੀ ਦਿੱਤੇ ਸੀਗੇ। ਕਿਸੇ ਨੇ ਕੋਈ ਰੋਲਾ ਨਹੀਂ ਪਾਇਆ ਇਸ ਗੱਲ ਦੇ ਉੱਤੇ, ਔਰ ਕਿਉਂਕਿ ਉਹਨਾਂ ਨੂੰ ਵੀ ਇੱਕ ਬਹਾਨਾ ਜਿਹਾ ਮਿਲ ਗਿਆ ਸੀਗਾ ਕੰਪਨੀਆਂ ਨੂੰ ਕਿ ਸਾਡੇ 1 ਸਾਲ ਬੰਦ ਰਹੇ ਆ, ਇਸ ਕਰਕੇ ਸਾਨੂੰ ਜਿਹੜਾ ਹੈਗਾ ਹੁਣ ਉਹ ਜਿਹੜਾ ਘਾਟਾ ਸਾਨੂੰ ਪਿਆ ਹੈ ਉਹ ਪੂਰਾ ਕਰਨ ਦੀ ਇੱਥੇ ਟਾਈਮ ਦਿੱਤਾ ਜਾਏ। ਵੈਸੇ ਤਾਂ ਇਹ ਹੁੰਦਾ ਕਿ ਜਦੋਂ ਇਸ ਕਿਸਮ ਦਾ ਹੁੰਦਾ ਤਾਂ ਟੋਲ ਜਿੰਨੇ ਸਾਲਾਂ ਲਈ ਹੈ ਉਹਨੇ ਸਾਲ 1-2 ਸਾਲ ਵਧਾ ਦਿੰਦੇ ਆ, ਪਰ ਇੱਥੇ ਰੇਟਸ ਵਧਾ ਕੇ ਉਹ ਜਿਹੜਾ ਉਹ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਮੈਨੂੰ ਤਾਂ ਟੋਲ ਦੇਖੋ, ਟੋਲ ਜਸਟੀਫਾਈ ਵੀ ਲੋਕ ਕਰ ਸਕਦੇ ਆ, ਲੇਕਿਨ ਮੈਨੂੰ ਲੱਗਦਾ ਕਿ ਜਦੋਂ ਗਵਰਨਮੈਂਟਾਂ ਸਾਡੇ ਤੋਂ ਹੋਰ ਇੰਨੇ ਜ਼ਿਆਦਾ ਟਾਈਪ ਦੇ ਟੈਕਸਿਸ ਲੈ ਰਹੀਆਂ ਨੇ, ਉਹਦੇ ਵਿੱਚ ਫਿਰ ਟੋਲ ਕਿਉਂ ਲਿੱਤਾ ਜਾ ਰਿਹਾ? ਬਾਕੀ ਸਾਰੇ ਟੈਕਸਿਸ ਵੀ ਤਾਂ ਉਹ ਸਾਡਾ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਹੀ ਲਿੱਤੇ ਜਾਂਦੇ ਨਾ, ਤਾਂ ਫਿਰ ਇਹ ਟੈਕਸਿਸ ਕਿਉਂ? ਜਾਂ ਤਾਂ ਉਹਨਾਂ 'ਚ ਘਟਾਓ ਜਾਂ ਫਿਰ ਇਹਨਾਂ ਨੂੰ ਬੰਦ ਕਰੋ। ਕੋਈ ਤਾਂ ਜਿਹੜੀ ਚੀਜ਼ ਹੈ ਗਵਰਨਮੈਂਟ ਨੂੰ ਆਪ ਲੈਣੀ ਚਾਹੀਦੀ ਹੈ ਨਾ। ਸੋ ਲੇਕਿਨ ਹੁਣ ਮੈਨੂੰ ਲੱਗਦਾ ਕਿ ਜ਼ਿਆਦਾ ਤੋਂ ਜ਼ਿਆਦਾ ਅੱਜ ਪੰਜਾਬ ਨੂੰ ਲਗਾ ਲਓ, ਪੰਜਾਬ ਦੀ ਕਿਹੜੀ ਸੜਕ ਤੇ ਤੁਸੀਂ ਚੱਲਦੇ ਹੋ ਜਿੱਥੇ ਤੁਹਾਨੂੰ ਟੋਲ ਨਹੀਂ ਦੇਣਾ ਪੈ ਰਿਹਾ? ਸੇਮ ਹੀ ਹਰਿਆਣਾ ਜਾਂ ਤੁਸੀਂ ਪੂਰੇ ਇੰਡੀਆ 'ਚ ਕਿਤੇ ਵੀ ਚਲਾ ਜਾਓ, ਹੁਣ ਪਾਲਿਸੀ ਹੀ ਇੱਕ ਹੋ ਗਈ ਹੈ। ਪਰ ਮੈਨੂੰ ਇਹ ਯਾਦ ਹੈ ਜਦੋਂ 2004 ਦੇ ਵਿੱਚ ਇਹ ਪਾਲਿਸੀ ਆਈ ਸੀ, ਉਦੋਂ ਪ੍ਰਤਾਪ ਸਿੰਘ ਬਾਜਵਾ ਹੁਣੀ ਪੰਜਾਬ ਦੇ ਵਿੱਚ PWD ਮਿਨਿਸਟਰ ਹੁੰਦੇ ਸੀ, ਤੇ ਉਹਨਾਂ ਨੇ ਕਿਹਾ ਸੀ ਵੀ 35 ਪੈਸੇ ਪਰ ਕਿਲੋਮੀਟਰ ਤੋਂ ਜ਼ਿਆਦਾ ਟੋਲ ਨਹੀਂ ਹੋਏਗਾ ਕਦੇ। ਤੇ ਤੁਸੀਂ ਅੱਜ ਤੁਸੀਂ ਉਹਨੂੰ ਉਹਦੇ ਨਾਲ ਕਰਕੇ ਦੇਖੋ ਗੁਣਾ ਭਾਗ, ਤਾਂ ਮੈਨੂੰ ਲੱਗਦਾ ਕਿ 1.5 ਰੁਪਏ ਤੋਂ ਉੱਪਰ ਚਲਾ ਗਿਆ। ਤਾਂ ਜਦੋਂ ਇੰਨੇ ਜ਼ਿਆਦਾ ਗੁਣਾ ਟੋਲ ਵੱਧ ਗਿਆ ਤਾਂ ਨੈਚੁਰਲੀ ਉਹਦਾ ਫਾਇਦਾ ਕੰਪਨੀਆਂ ਨੂੰ ਹੋਣਾ ਹੀ ਹੈ। ਬਠਿੰਡਾ ਤੋਂ ਲੈ ਕੇ ਜਿਹੜਾ ਜ਼ੀਰਕਪੁਰ ਤੱਕ ਟੋਲ ਵਾਲੀਆਂ ਸੜਕਾਂ 4 ਬਣੀਆਂ ਨੇ, ਉਹਦੇ ਤੇ ਟੋਟਲ 3500 ਕਰੋੜ ਰੁਪਇਆ ਕਹਿੰਦੇ ਖਰਚਾ ਆਇਆ ਹੈਗਾ। ਤੇ ਜੇ ਤੁਸੀਂ ਜਿਹੜੇ ਹੁਣ ਕਲੈਕਸ਼ਨ ਹੋ ਰਹੀ ਹੈ 1000 ਕਰੋੜ ਰੁਪਏ ਦੀ, ਤਾਂ ਜੇ ਤੁਸੀਂ ਉਹਨਾਂ ਦਾ ਇਕੱਲਾ 300 ਕਰੋੜ ਰੁਪਇਆ ਲਗਾ ਲਓ ਤਾਂ ਤੁਸੀਂ ਦੇਖੋ ਕਿੰਨੇ ਜਲਦੀ ਉਹ ਪੂਰਾ ਕਰ ਲੈਣਗੇ। ਤਾਂ ਮੈਨੂੰ ਇਹ ਲੱਗਦਾ ਕਿ ਇਹ ਇੱਕ ਲੁੱਟ ਦੇ ਸਾਧਨ ਜ਼ਿਆਦਾ ਬਣੀ ਜਾ ਰਹੇ ਹੈ
ਔਰ ਕਿਉਂਕਿ ਲੋਕਾਂ ਲਈ ਇੱਕ ਈਜ਼ੀ ਹੋ ਗਿਆ ਕਿ ਹਾਂ ਗੱਡੀਆਂ ਭੱਜੀਆਂ ਜਾ ਰਹੀਆਂ ਉਸ ਤੇ ਬਿਨਾਂ ਬ੍ਰੇਕ ਤੋਂ ਜਾ ਰਹੀਆਂ, ਇਸ ਕਰਕੇ ਲੋਕ ਜ਼ਿਆਦਾ ਬੋਲਦੇ ਨਹੀਂ ਹੈ। ਪਰ ਬੋਝ ਤਾਂ ਦੇਖੋ ਲੋਕਾਂ ਤੇ ਹੈ ਹੀ ਹੈ, ਇਹ 1000 ਕਰੋੜ ਰੁਪਏ ਦਾ ਬੋਝ ਲੋਕਾਂ ਤੇ ਪਾਇਆ ਹੋਇਆ। ਇਹ ਵੈਸੇ ਅੰਕੜੇ ਕੀ ਸੀਗੇ ਜਿਹੜੀ ਰਿਪੋਰਟ ਪ੍ਰਕਾਸ਼ਿਤ ਹੋਈ ਹੈ? ਇਹ ਅੰਕੜੇ ਇਹ ਤਾਂ ਪਾਰਲੀਮੈਂਟ 'ਚ ਸਵਾਲ ਲੱਗਿਆ ਸੀ, ਉਹਦਾ ਸਵਾਲ ਦੇ ਜਵਾਬ ਦੇ ਵਿੱਚ ਮਿਨਿਸਟਰੀ ਨੇ ਇਹ ਦਿੱਤਾ ਹੈ ਕਿ ਸਾਨੂੰ ਕਿੰਨਾ ਟੋਲ ਕਿੱਥੋਂ ਇਕੱਠਾ ਹੋਇਆ। ਪੰਜਾਬੀ ਵੱਡੇ ਦਿਲ ਵਾਲੇ ਆ, ਥੋੜੀ ਦੇਰ ਲਈ ਔਖੇ ਹੋ ਕੇ ਹਰਿਆਣੇ ਵਾਲੇ ਤਾਂ ਉਦੋਂ ਜ਼ਿਆਦਾ ਦੇ ਰਹੇ ਆ, ਹਰਿਆਣੇ ਵਾਲੇ ਤਾਂ ਇਸ ਤੋਂ ਦੁੱਗਣਾ ਦੇ ਰਹੇ। ਅੱਛਾ, ਹਾਂਜੀ, ਹਰਿਆਣਾ ਦਾ ਜ਼ਿਆਦਾ ਹੈ। ਉਹ ਵੀ ਤੇ ਬੁਨਿਆਦੀ ਤੌਰ ਤੇ ਪੰਜਾਬੀ ਹੈ ਨਾ, ਤੇ ਨਾਲੇ ਹਰਿਆਣੇ ਦੀਆਂ ਸੜਕਾਂ ਤੋਂ ਦਿੱਲੀ ਨੂੰ ਜਾਣ ਵਾਲੇ ਵੀ ਤੇ ਸਾਡੇ ਬਹੁਤੇ ਪੰਜਾਬੀ ਨੇ। ਹੁਣ ਤਾਂ ਦਿੱਲੀ, ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਦਿੱਲੀ ਦੇ ਵਿੱਚ ਹੁੰਦੀ ਸੀ, ਤੇ ਹੁਣ ਇੱਧਰਲੀ ਸੱਤਾ ਵੀ ਸਿਖਰਲੀ ਸੱਤਾ ਦਿੱਲੀ 'ਚ ਹੀ ਆ। ਮੈਨੂੰ ਲੱਗਦਾ ਬਹੁਤੇ ਪੈਸੇ ਤੇ ਸਾਡੇ ਪੋਲੀਟੀਕਲ ਬੰਦੇ ਹੀ ਦਿੰਦੇ ਆ, ਪਰ ਇਹਨਾਂ ਤੇ ਅੱਗੇ ਇੱਕ ਗਨਮੈਨ ਵੀ ਬਿਠਾਇਆ ਹੁੰਦਾ। ਜਦੋਂ ਅਗਲੇ ਬੰਨੇ ਪੁਲਿਸ ਵਾਲਾ ਵੇਖਦੇ ਆ, ਟੋਲ ਪਲਾਜ਼ੇ ਵਾਲੇ ਲੰਘ ਜਾਣ ਦਿੰਦੇ, ਉਧਰ ਵੀ ਪਤਾ ਨਹੀਂ ਲੰਘ ਜਾਣ ਦਿੰਦੇ ਕਿ ਸਾਡੇ ਪੰਜਾਬ 'ਚ ਤਾਂ ਇਹ ਜੀ ਨਹੀਂ, ਮੈਂ ਕਹਿ ਰਿਹਾ ਸੀ ਵੀ ਇਹਦੇ 'ਚ ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਐਮਐਲਏ ਦਿੰਦੇ ਆ, ਜਿਹੜੇ ਤਾਂ ਹੁਣ ਸਾਬਕਾ ਹੋ ਗਏ ਆ, ਹਜੇ 80 ਐਮਐਲਏ ਤਾਂ ਉਹਨਾਂ ਨੇ ਆਪਣੇ ਸਟicker ਵਾਪਸ ਨਹੀਂ ਕੀਤੇ ਹੈਗੇ, ਉਹਨਾਂ ਦੇ ਸਟicker ਉਸੇ ਤਰ੍ਹਾਂ ਹੀ ਕਾਰਾਂ ਤੇ ਲੱਗੇ ਪਏ ਆ, ਜਿਹਦੇ ਕਰਕੇ ਉਹਨਾਂ ਨੂੰ ਛੂਟ ਮਿਲ ਜਾਂਦੀ ਹੈ। ਜੇ ਉਹ ਲਾ ਦੇਣ ਤਾਂ ਮੈਨੂੰ ਲੱਗਦਾ ਕੱਲ ਤੋਂ ਉਹਨਾਂ ਤੋਂ ਵੀ ਲੈਣੇ ਸ਼ੁਰੂ ਹੋ ਜਾਣਗੇ। ਲਖਬੀਰ ਸਿੰਘ ਲੋਧੀ ਨੰਗਲ ਅਕਾਲੀ ਦਲ ਦੇ ਐਮਐਲਏ ਰਹੇ ਆ, ਪਿਛਲੀ ਵਾਰੀ ਉਹ ਬਟਾਲੇ ਤੋਂ ਐਮਐਲਏ ਸੀਗੇ। ਉਹ ਤਾਂ ਕਹਿੰਦੇ ਸੀਗੇ, ਕਹਿੰਦੇ ਹੋਸ਼ ਕਰੋ, ਤਾਂ ਕਿਤੇ ਮੀਆਂ ਹਨੇਰੀਆਂ ਦੇ ਵਿੱਚ ਚਲੇ ਗਏ। ਕਿਹੜੇ ਸਟਿੱਕਰਾਂ ਦੀ ਗੱਲ ਕਰਦੇ ਹੋ? ਨਾਲੇ ਥੋੜਾ ਜਿਹਾ ਤਾਂ ਹੋਸ਼ ਤੋਂ ਕੰਮ ਲਓ। ਬੜੀ ਸੋਹਣੀ ਉਹ ਵੀਡੀਓ ਇੱਕ ਤੁਰੀ ਫਿਰਦੀ ਸੀਗੀ। ਖੈਰ ਐਨੀਵੇ, ਆਪਾਂ ਹੁਣ ਬੰਦ ਹੀ ਕਰੀਏ ਇਸ ਤੋਂ ਪਹਿਲਾਂ ਕਿ ਸਾਨੂੰ ਬੰਦ ਕਰਾਇਆ ਜਾਵੇ। ਕੀ ਕਹਿੰਦੇ ਹੋ ਭਾਸਕਰ ਸਾਹਿਬ, ਬੰਦ ਕਰ ਦਈਏ ਫਿਰ? ਜੀ ਬਿਲਕੁਲ। ਬਹੁਤ ਮਿਹਰਬਾਨੀ, ਧੰਨਵਾਦ। ਓਕੇ।